ਕਿੰਨਾ ਚੰਗਾ ਹੁੰਦਾ ਜੇ ਪੰਜਾਬ ਸਾਊਥ ਦੇ ਵਿੱਚ ਹੁੰਦਾ। ਪਿਛਲੇ ਸਮਿਆਂ ਦੇ ਵਿੱਚ ਕਈ ਸਾਰੇ ਮੁਲਕਾਂ ਦੇ ਸਫੀਰ ਸਾਡੇ ਫੋਰਨ ਆਫਿਸ ਦੇ ਵਿੱਚ ਆਏ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਿੱਖ ਫਾਰਮਰ ਚਾਹੀਦੇ ਹੈ। ਜਿਸ ਤਰ੍ਹਾਂ ਮੰਗੋਲੀਆ ਦੇ, ਇਥੋਪੀਆ ਦੇ, ਕਈ ਮੁਲਕਾਂ ਦੇ 8-10 ਮੁਲਕਾਂ ਦੇ ਸਫੀਰ ਆਏ ਸੀ। ਇਹ ਬੜੀ ਡੂੰਘੀ ਸਾਜ਼ਿਸ਼ ਹੈ, ਕੋਈ ਮਾੜੀ ਮੋਟੀ ਨਹੀਂ ਹੈ। ਅਗਲਾ ਸਾਲ ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਇੱਕ ਅਕਾਲ ਪੈਣ ਵਾਲਾ ਹੈ, ਬੜਾ ਭਿਆਨਕ ਅਕਾਲ ਪੈਣ ਵਾਲਾ ਔਰ ਉਸ ਦੇ ਵਿੱਚ ਉਹ ਅਨਾਜ ਦੀ ਕੀਮਤ ਬਹੁਤ ਜ਼ਿਆਦਾ ਦੁੱਗਣੀ ਚੌਗਣੀ ਹੋ ਕੇ ਇਹ ਅਨਾਜ ਵਿਕੇਗਾ। ਇਸ ਵਾਸਤੇ ਇਹ ਲੋਕ ਚਾਹੁੰਦੇ ਨੇ ਕਿ ਉਹਨਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਏ ਤੇ ਪਤਾ ਨਹੀਂ ਉਹ ਜਿਹੜਾ ਸਟੇਟ ਦਾ ਅਨਾਜ ਪਿਆ। ਫਿਰ ਉਹ ਲੌਜੀਕਲ ਗੱਲ ਹੈ ਕਿ ਜਦੋਂ ਤੁਸੀਂ ਭੰਡਾਰਨ ਦੀ ਇਸ ਨੂੰ ਗੱਲੇ ਦੇ ਵਿੱਚ ਕਿੰਨਾ ਹੋਣਾ ਚਾਹੀਦਾ, ਇਸ ਦੀ ਸੀਮਾ ਹੀ ਰੱਦ ਕਰਤੀ ਤਾਂ ਸਾਰਾ ਸਟੇਟ ਵਾਲਾ ਅਨਾਜ ਵੀ ਤੁਸੀਂ ਉਹਨਾਂ ਨੂੰ ਦੇ ਦਿਓਗੇ। ਉਹਨਾਂ ਨੇ ਕੀ ਕਰਨਾ ਹੈ? ਉਹਨਾਂ ਨੇ ਇਸ ਨੂੰ ਮਹਿੰਗਾ ਕਰਕੇ ਵੇਚਣਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਦੋਸਤੋ, ਜਿਵੇਂ ਸਾਰਿਆਂ ਨੂੰ ਪਤਾ ਹੈ ਔਰ ਸਾਡੇ ਸਾਹਮਣੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਸਾਨਾਂ ਨਾਲ ਸੰਬੰਧਿਤ ਜਾਂ ਦੇਸ਼ ਨਾਲ ਸੰਬੰਧਿਤ, ਬਹੁਤ ਕੁਝ ਇੱਥੇ ਹਾਲਾਤ ਮਤਲਬ ਨਵੀਆਂ ਚੀਜ਼ਾਂ ਸਾਹਮਣੇ ਉੱਭਰ ਕੇ ਆ ਰਹੀਆਂ ਨੇ ਔਰ ਲੋਕਾਂ ਨੂੰ ਇੱਕ ਬੜਾ ਵਧੀਆ ਮੈਸੇਜ ਵੀ ਦਿੱਤਾ ਪੰਜਾਬ ਨੇ, ਚੜ੍ਹਦੀ ਕਲਾ ਦਾ ਔਰ ਪਿਆਰ ਦਾ ਮਿੱਠੇ ਸੰਦੇਸ਼ ਜਿਹੜੇ ਦਿੱਤੇ ਨੇ ਪੰਜਾਬ ਵੱਲੋਂ, ਖਾਸ ਕਰਕੇ ਸਿੱਖਾਂ ਵੱਲੋਂ। ਤੋ ਇਹ ਇੱਕ ਨਵੀਂ ਗੱਲ ਬੜੇ ਟਾਈਮ ਬਾਅਦ ਉੱਭਰ ਕੇ ਸਾਹਮਣੇ ਆਈ ਆ ਔਰ 47 ਤੋਂ ਬਾਅਦ, ਜਿਵੇਂ ਅਸੀਂ ਪਹਿਲਾਂ ਵੀ ਜੰਗਾਂ ਯੁੱਧਾਂ ਕੀਤੀਆਂ, ਬਹੁਤੇ ਲੋਕਾਂ ਨੇ ਸਾਡੇ ਇਤਿਹਾਸ ਨੂੰ ਤੋੜ ਮੜੋੜ ਕੇ ਪੇਸ਼ ਕੀਤਾ। ਸਕੂਲ ਦੀਆਂ ਕਿਤਾਬਾਂ ਵਿੱਚ ਬੜਾ ਜਲੂਸ ਕੱਢਿਆ ਸਿੱਖਾਂ ਦਾ। ਤੇ ਉਦੋਂ ਚਲੋ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀ, ਪਰ ਹੁਣ ਸੋਸ਼ਲ ਮੀਡੀਆ ਕਾਫੀ ਐਕਟਿਵ ਆ ਤਾਂ ਲੋਕਾਂ ਨੂੰ ਘਰ ਘਰ ਸਿੱਖਾਂ ਦੀ ਜਿਹੜੀ ਗੱਲ ਪਹੁੰਚ ਰਹੀ ਆ, ਬੜਾ ਵਧੀਆ ਮੈਸੇਜ ਜਾ ਰਿਹਾ। ਸੋ ਜਿਹੜਾ ਇੱਕ ਕਿਸਾਨੀ ਰੈਵੋਲੂਸ਼ਨ ਆ, ਇਹਨੂੰ ਇੱਕ ਇਕੱਲਾ ਉਸ ਤਰੀਕੇ ਨਾਲ MSP ਜਾਂ ਮਤਲਬ ਛੋਟੀਆਂ ਗੱਲਾਂ ਕਰਕੇ ਨਾ ਦੇਖੀਏ। ਇਹਦੇ ਪਿੱਛੇ ਕਾਫੀ ਸਾਰੀਆਂ ਡੂੰਘੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ, ਜਿਹੜੀਆਂ ਬੜੀਆਂ ਪੁਰਾਣੀਆਂ ਪਰਤਾਂ ਨੇ, ਉਹ ਅੱਜ ਦੀਆਂ ਨਹੀਂ ਹੈਗੀਆਂ, ਸੈਂਕੜੇ ਸਾਲ ਪੁਰਾਣੀਆਂ ਪਰਤਾਂ ਨੇ। ਉਹ ਪਰਤਾਂ ਕੀ ਨੇ ਉਹਦੇ ਬਾਬਤ ਹੀ ਅਸੀਂ ਗੱਲਬਾਤ ਕਰਨੀ ਹੈ। ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪ੍ਰੋਫੈਸਰ ਗੁਰਤੇਜ ਸਿੰਘ ਜੀ, ਜੋ ਕਿ ਸਾਬਕਾ IAS ਵੀ ਨੇ ਔਰ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਇਹਨਾਂ ਨੂੰ ਖਿਤਾਬ ਵੀ ਦਿੱਤਾ ਗਿਆ। ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਾਂਗੇ ਕਿ ਅਸਲ ਦੇ ਵਿੱਚ ਇਸ਼ੂ ਹੈ ਕੀ ਹੈ। ਇਕੱਲਾ MSP ਜਾਂ ਹੋਰ ਜਿਹੜੀਆਂ ਗੱਲਾਂ ਆਮ ਮੀਡੀਆ ਦੇ ਵਿੱਚ ਉਭਾਰ ਕੇ ਕੀਤੀਆਂ ਜਾ ਰਹੀਆਂ ਨੇ, ਕਿ ਇਹੀ ਰੌਲਾ ਜਾਂ ਉਹਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਚੱਲ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਤੇਜ ਸਿੰਘ ਜੀ ਦਾ ਸਵਾਗਤ ਕਰਦਾ ਹਾਂ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬ੍ਰੇਨ ਔਨ ਟੀਵੀ ਤੇ। ਸਰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਜਿਵੇਂ ਕਿਸਾਨੀ ਰੈਵੋਲੂਸ਼ਨ ਇਸ ਟਾਈਮ ਸਿਖਰ ਦੇ ਉੱਪਰ ਹੈ ਔਰ ਸਰਕਾਰ ਵੀ 705 ਦੇ ਵਿੱਚ ਹੈ ਕਿ ਕੀਤਾ ਕੀ ਜਾਵੇ, ਕਿਵੇਂ ਸਿਸਟਮ ਨੂੰ ਜਾਂ ਜਿਹੜਾ ਵੀ ਰੋਸ਼ ਹੈ ਲੋਕਾਂ ਦਾ ਕਿਵੇਂ ਠੰਡਾ ਕੀਤਾ ਜਾਵੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਇੱਕ ਗੱਲ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਹੀ ਹੈ, ਲੋਕ ਵੀਡੀਓਜ਼ ਦੇ ਵਿੱਚ ਵੀ ਬੋਲ ਰਹੇ ਨੇ, ਮੀਡੀਆ ਦੇ ਵਿੱਚ ਵੀ ਆ ਰਹੀ ਹੈ ਗੱਲ ਕਿ ਮਤਲਬ ਲੋਕ ਕਹਿ ਰਹੇ ਨੇ ਕਿ ਸਿਰਫ ਇੱਕ ਲਾਈਨ ਪਾ ਦਿਓ MSP ਦੀ, ਸਿਰਫ ਇੱਕ ਲਾਈਨ ਦਾ ਮਸਲਾ ਹੈ ਤੇ ਸਰਕਾਰ ਨੂੰ ਕੀ ਇਤਰਾਜ਼ ਹੋਣਾ ਚਾਹੀਦਾ, ਸਾਡਾ ਇਹ ਹੱਕ ਹੈ। ਮਤਲਬ ਹੁਣ ਸਿਰਫ ਜਿਹੜੀ ਇੱਕ ਲਾਈਨ MSP ਦੀ ਪੈ ਜਾਏਗੀ ਕਾਨੂੰਨ 'ਚ, ਕੀ ਸਿਰਫ MSP ਦਾ ਹੀ ਰੌਲਾ ਹੈ ਜਾਂ ਸਰਕਾਰ ਇਸ ਕਾਨੂੰਨ ਦੇ ਬਹਾਨੇ ਵੱਡੇ ਕਾਰੋਬਾਰੀਆਂ ਨੂੰ ਖੁਸ਼ ਕਰ ਰਹੀ ਹੈ, ਜਾਂ ਫਿਰ ਇਹਦੇ ਪਿੱਛੇ ਕੋਈ ਵੱਡੀ ਤੇ ਲੰਬੀ ਪਲੈਨਿੰਗ ਦਾ ਜਿਹੜਾ ਸਰਕਾਰ ਬਣਾ ਕੇ ਬੈਠੀ ਹੈ ਔਰ ਉਹ ਪਲੈਨਿੰਗ ਅਣਦਿਸਦੀ ਪਲੈਨਿੰਗ ਹੈ, ਜਿਹੜੀ ਸਾਨੂੰ ਦਿਸ ਨਹੀਂ ਰਹੀ, ਅਸੀਂ ਉਹਨੂੰ ਸਮਝ ਨਹੀਂ ਰਹੇ ਕਿ ਸਰਕਾਰ ਅਸਲ ਦੇ ਵਿੱਚ ਕਰਨਾ ਕੀ ਚਾਹੁੰਦੀ ਹੈ। ਤੁਹਾਡਾ ਇਹਦੇ ਬਾਬਤ ਕੀ ਮੰਨਣਾ ਹੈ? ਦੇਖੋ ਜਸਪਾਲ ਜੀ, ਇੰਨੀ ਗੱਲ ਨਹੀਂ ਹੈਗੀ ਕਿ MSP ਖਤਮ ਕਰ ਦਿਓ ਜਾਂ MSP ਤਾਂ ਪਹਿਲਾਂ ਹੀ ਖਤਮ ਹੈ, ਕਿਉਂਕਿ ਜਿੱਥੇ ਮਰਜ਼ੀ ਹੈ ਦਿੰਦੇ ਨੇ, ਜਿੱਥੇ ਮਰਜ਼ੀ ਹੈ ਨਹੀਂ ਦਿੰਦੇ। 23 ਫਸਲਾਂ ਵਾਸਤੇ MSP ਇਹਨਾਂ ਨੇ ਲਾਗੂ ਕੀਤੀ ਹੋਈ ਹੈ, ਲੇਕਿਨ 2-4 ਫਸਲਾਂ ਵਾਸਤੇ ਮੁਸ਼ਕਲ ਨਾਲ ਦਿੰਦੇ ਨੇ। ਮੱਕੀ ਦੀ ਹੁਣ MSP ਤਕਰੀਬਨ ਉਸ ਤੋਂ MSP ਤੋਂ ਅੱਧੇ ਰੇਟ ਤੇ ਖਰੀਦਦੇ ਨੇ। ਸੋ MSP ਲਾਗੂ ਕਰਨਾ ਨਾ ਲਾਗੂ ਕਰਨ ਦਾ ਸਵਾਲ ਨਹੀਂ ਹੈ, ਇਹ ਤਾਂ ਇੱਕ ਨੁਕਤਾ ਬਣਿਆ ਹੋਇਆ ਜਿਸ ਦੇ ਉੱਤੇ ਇਹ ਲੋਕ ਆਪਣੀ ਐਜੀਟੇਸ਼ਨ ਚਲਾ ਰਹੇ ਨੇ। ਤੇ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਸਮਝਣਾ ਹੋਵੇ ਕਿ ਕੀ ਹੋ ਰਿਹਾ ਹੈ, ਉਹਨਾਂ ਨੂੰ ਸਾਰਾ ਪਤਾ ਹੋਏਗਾ, ਲੇਕਿਨ ਇਸ ਬਹਾਨੇ ਇਹ ਆਮ ਕਿਸਾਨ ਨੂੰ ਸਮਝਾਈ ਜਾ ਸਕਦੀ ਹੈ। ਹੁਣ ਜੇ ਅਸੀਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਜੀ, 1946 ਦੇ ਵਿੱਚ ਇੱਕ ਮਹਾਤਮਾ ਸੀ ਸਾਊਥ ਦੇ, ਉਹਨਾਂ ਨੇ ਕਿਤਾਬ ਲਿਖੀ ਸੀ, ਧਰਮ ਤੀਰਥ ਉਹਨਾਂ ਦਾ ਨਾਂ ਸੀ। ਉਹਨਾਂ ਨੇ ਕਿਤਾਬ ਲਿਖੀ ਸੀ ਮੈਨੇਸ ਆਫ ਹਿੰਦੂ ਇੰਪੀਰੀਅਲਿਜ਼ਮ। ਉਸ ਵੇਲੇ ਆਜ਼ਾਦੀ ਆਉਣ ਵਾਲੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਜੇ ਇਸ ਤਰ੍ਹਾਂ ਦੀ ਆਜ਼ਾਦੀ ਆ ਜਾਏਗੀ
ਜਿਸ ਦੇ ਵਿੱਚ ਇੱਕ ਕਮਿਊਨਲ ਮੈਜੋਰਿਟੀ, ਇੱਕ ਧਰਮ ਦੀ ਮੈਜੋਰਿਟੀ ਆਪਣੇ ਵਿਚਾਰਾਂ ਨੂੰ ਸਭ ਦੇ ਉੱਤੇ ਲਾਗੂ ਕਰੇਗੀ ਤਾਂ ਇਹ ਖਤਰਾ ਹੋ ਜਾਏਗਾ ਹਿੰਦੂ ਧਰਮ ਵਾਸਤੇ ਵੀ ਤੇ ਬਾਕੀ ਲੋਕਾਂ ਵਾਸਤੇ ਵੀ। ਇਹ ਬਹੁਤ ਖਤਰਨਾਕ ਸਿੱਧ ਹੋਏਗੀ। ਸੋ ਇੱਥੋਂ ਅਸੀਂ ਗੱਲ ਸ਼ੁਰੂ ਕਰੀਏ ਤਾਂ ਫਿਰ ਜਿਹੜੀਆਂ ਅਸੈਂਬਲੀ ਦੀਆਂ ਡਿਬੇਟ ਸਨ, ਆ ਮੇਰੇ ਕੋਲ ਕਾਪੀ ਇੱਥੇ ਹੀ ਪਈ ਹੈ, ਉਸ ਦੇ ਵਿੱਚ ਕਈ ਲੋਕਾਂ ਨੇ ਕਿਹਾ ਕਿ ਕਾਂਗਰਸ ਦਾ ਹੋਰ ਕੋਈ ਮੰਤਵ ਨਹੀਂ, ਉਹ ਸਿਰਫ ਹਿੰਦੂ ਰਾਜ ਤੇ ਬ੍ਰਾਹਮਣ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ। ਇਹ ਤਾਂ ਉਹਨਾਂ ਦਾ ਹਿਡਨ ਏਜੰਡਾ ਸੀ। ਹੁਣ ਆ ਗਏ ਅਸੀਂ ਉਸ ਏਜੰਡੇ ਦੇ ਉੱਤੇ ਜਿਹੜਾ ਸਪਸ਼ਟ ਹੈ। ਜਿਸ ਵੇਲੇ ਪਹਿਲੀ ਵਾਰੀ ਇਹ ਪ੍ਰਧਾਨ ਮੰਤਰੀ ਚੁਣੇ ਗਏ ਨੇ ਨਰਿੰਦਰ ਮੋਦੀ, ਤਾਂ ਇਹਨਾਂ ਨੇ ਉੱਥੇ ਜਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਦੇ ਉੱਤੇ ਮੱਥਾ ਟੇਕਿਆ ਤੇ ਇਹ ਕਿਹਾ, ਉਸ ਦਿਨ ਇਹ ਐਲਾਨ ਸੀ ਜਿਹੜਾ ਸਰਕਾਰ ਵੱਲੋਂ ਕਿ ਅਸੀਂ 1000 ਸਾਲ ਬਾਅਦ ਸੱਤਾ ਦੇ ਵਿੱਚ ਆਏ ਹਾਂ। ਯਾਨੀ ਕਿ ਇਹ ਸਮਝਦੇ ਸੀਗੇ ਕਿ ਜਦੋਂ ਤੋਂ ਮੁਹੰਮਦ ਗੌਰੀ ਨੇ ਇੱਥੇ ਹਮਲਾ ਕਰਨਾ ਸ਼ੁਰੂ ਕੀਤਾ ਹੈ ਤੇ ਇਹ 60-70 ਸਾਲ ਇਹਨਾਂ ਦੇ ਕਾਂਗਰਸ ਦੇ ਵੀ ਉਸ ਦੇ ਵਿੱਚ ਹੀ ਗਿਣ ਕੇ ਕਹਿੰਦੇ ਸਨ ਕਿ ਅਸੀਂ 1000 ਸਾਲ ਤੱਕ ਗੁਲਾਮ ਰਹੇ ਹਾਂ ਤੇ ਅਸੀਂ ਆਜ਼ਾਦੀ ਹਾਸਲ ਕਰਨੀ ਹੈ। ਜਿਹੜੇ ਸਿਆਸੀ ਕਤਲ ਹੋਏ ਨੇ, ਸਿਆਸੀ ਕਤਲਾਂ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਇੱਥੇ ਰਾਜ ਕਰਨ ਦੀ ਸ਼ੁਰੂਆਤ ਕੀਤੀ ਹੈ। ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਮਹਾਤਮਾ ਬੁੱਧ ਦੇ ਧਰਮ ਨੂੰ ਸਾਰੀ ਦੁਨੀਆ, ਸਾਰਾ ਹਿੰਦੁਸਤਾਨ ਮੰਨਣ ਲੱਗ ਪਿਆ ਸੀ, ਲੇਕਿਨ ਉਹਨਾਂ ਦੇ ਕਤਲ ਕਰਕੇ ਬੌਧਾਂ ਦੇ ਔਰ ਉਹਨਾਂ ਦੇ ਮੱਠ ਢਾਹ ਕੇ ਇਹਨਾਂ ਨੇ ਆਪਣਾ ਰਾਜ ਸ਼ੁਰੂ ਕੀਤਾ ਸੀ। ਜਿਹੜਾ ਸੀਗਾ ਰਾਜਾ, ਇਹਨਾਂ ਦਾ ਪਹਿਲਾ ਹਿੰਦੂ ਰਾਜਾ ਜਿਹੜਾ ਸੀਗਾ ਪੁਸ਼ਯਮਿੱਤਰ ਸਿੰਘ ਸੁੰਗ, ਉਹ ਵੀ ਅਸ਼ੋਕ ਦੇ ਵੰਸ਼ਜ ਨੂੰ ਮਾਰ ਕੇ ਤੇ ਫਿਰ ਗੱਦੀ ਦੇ ਉੱਤੇ ਬੈਠਾ ਸੀ ਕਤਲ ਕਰਕੇ। ਸੋ ਇਹ ਜਿਹੜਾ ਹੈ ਇਹ ਰਾਜ ਜਿਹੜਾ ਸ਼ੁਰੂ ਹੋਇਆ ਹੈ, ਇਹ ਇਸ ਤਰ੍ਹਾਂ ਤੁਸੀਂ ਦੇਖਿਆ 1947 ਦੇ ਵਿੱਚ 6 ਲੱਖ ਲੋਕਾਂ ਨੂੰ ਮਾਰਿਆ ਗਿਆ। ਕਿੰਨੇ ਆਪਣੇ ਪੰਜਾਬ ਦੇ ਲੋਕ ਘਰੋਂ ਬੇਘਰ ਹੋਏ, 10 ਲੱਖ ਲੋਕ ਬੇਘਰ ਹੋਏ, ਕਤਲੇਆਮ ਹੋਇਆ। ਸੋ ਇਹ ਜਿਹੜਾ ਕਤਲੇਆਮ ਹੁੰਦੇ ਹੈ, ਇਹ ਸਿਰਫ ਇਹਨਾਂ ਨੇ ਆਪਣੀ ਰਾਜਸੀ ਸੱਤਾ ਸਥਾਪਿਤ ਕਰਨ ਵਾਸਤੇ ਕੀਤੇ ਜਾਂਦੇ ਨੇ। ਇਹ ਸਾਡੇ ਪੁਰਾਣੇ ਇਤਿਹਾਸ ਦੇ ਵਿੱਚੋਂ ਅਸੀਂ ਦੇਖਦੇ ਹਾਂ ਤੇ ਹੁਣ ਵੀ ਇਹੀ ਕੁਝ ਹੋ ਰਿਹਾ ਹੈ। ਇਹ ਲੋਕਾਂ ਨੂੰ ਲੱਗਦਾ ਹੈ ਕਿ ਇਹ ਜੀ MSP ਖਤਮ ਕੀਤੀ ਜਾ ਰਹੀ ਹੈ। MSP ਖਤਮ ਤਾਂ ਕੀਤੀ ਜਾ ਰਹੀ ਹੈ, ਬਾਕੀ ਸਾਰਾ ਕੁਝ ਵੀ ਕੀਤਾ ਜਾ ਰਿਹਾ। ਕਿੰਨਾ ਕੁਝ ਹੋ ਚੁੱਕਿਆ ਹੈ। ਇਸ ਦੇ ਨਾਲ ਨਾਲ ਪੈਰਲਲ ਜਿਹੜਾ ਚੱਲ ਰਿਹਾ ਹੈ, ਕਦੇ ਮੁਸਲਮਾਨਾਂ ਨੂੰ ਫੜ ਕੇ ਮਾਰਿਆ ਜਾਂਦਾ ਹੈ। ਇੱਕ ਬੜਾ ਸ਼ਰਮਨਾਕ ਵੀਡੀਓ ਮੈਂ ਦੇਖਿਆ ਸੀ ਜੈਪੁਰ ਦਾ, ਜਿਹਦੇ ਵਿੱਚ ਇੱਕ ਬਜ਼ੁਰਗ ਮੁਸਲਮਾਨ ਕੋਈ 80-90 ਸਾਲ ਦੇ ਗਰੀਬ ਲੱਗਦਾ ਸੀ, ਸੜਕ ਤੇ ਮੰਗ ਰਿਹਾ ਸੀ। ਉਸ ਦੀ ਦਾੜੀ ਫੜ ਕੇ ਤੇ ਉਹਨੂੰ ਕਹਿ ਰਹੇ ਸੀ, ਕਹਿ ਸ਼੍ਰੀ ਰਾਮ, ਬੋਲ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਉਹ ਵਿਚਾਰਾ ਉਸਨੇ ਬੋਲਿਆ ਤੇ ਫਿਰ ਉਹ ਕਹਿੰਦਾ, ਐਡੇ ਐਡੇ ਹੱਠੇ ਕੱਠੇ ਜੇ ਲੋਕ ਸੀਗੇ, ਪਤਾ ਨਹੀਂ ਕੌਣ ਸੀ, ਉਹ ਸੂਰਾਂ ਵਰਗੇ ਪਲੇ ਹੋਏ, ਤੇ ਉਹ ਵਿਚਾਰੇ ਗਰੀਬ ਇੱਕ ਬਜ਼ੁਰਗ ਨੂੰ 80 ਸਾਲ ਦੇ ਨੂੰ ਇਸ ਤਰ੍ਹਾਂ ਮਜਬੂਰ ਕਰ ਰਹੇ ਸੀ। ਤਾਂ ਉਹ ਕਹਿਣ ਲੱਗਿਆ, ਉਹਨੇ ਕਹਿਤਾ ਜੈ ਸ਼੍ਰੀ ਰਾਮ, ਤੇ ਫਿਰ ਕਹਿੰਦਾ ਵੀ ਇਹਦੇ ਨਾਲ ਹੋ ਜੂਗੀ ਜੈ ਸ਼੍ਰੀ ਰਾਮ। ਸੋ ਇਹ ਜਿਹੜਾ ਹੈ ਨਾ ਜੀ, ਇਹ ਸਾਰਾ ਕੁਝ ਹੁਣ ਇੱਥੇ ਜਿਹੜਾ ਮੰਦਿਰ ਬਣ ਰਿਹਾ ਹੈ ਨਵਾਂ, ਇਹ ਸ਼੍ਰੀ ਰਾਮ ਦਾ ਮੰਦਿਰ ਹੈ। ਔਰ ਸ਼੍ਰੀ ਰਾਮ ਕੌਣ ਸੀ? ਮਰਿਆਦਾ ਪੁਰਸ਼ੋਤਮ। ਉਹਨਾਂ ਨੇ ਮਰਿਆਦਾ ਕਿਸ ਤਰ੍ਹਾਂ ਲਾਗੂ ਕੀਤੀ? ਸ਼ੰਭੂਕ ਵਗੈਰਾ ਨੂੰ ਖਤਮ ਕਰਕੇ ਔਰ ਉਹ ਬ੍ਰਾਹਮਣ ਰਾਜ ਨੂੰ ਸਥਾਪਿਤ ਕਰਕੇ। ਇਸੇ ਤਰ੍ਹਾਂ ਹੀ ਸ਼ਿਵਾਜੀ ਦੀ ਇਹਨਾਂ ਦੀ ਇੱਕ ਪੂਜਨੀਕ ਹਸਤੀ ਹਨਗੇ, ਉਹਨਾਂ ਨੇ ਵੀ ਆਪਣਾ ਰਾਜ ਸਾਰਾ ਪਹਿਲਾਂ ਬ੍ਰਾਹਮਣ ਨੂੰ ਅਰਪਣ ਕੀਤਾ, ਫਿਰ ਉਸ ਦੀ ਬਖਸ਼ਿਸ਼ ਦੇ ਤੌਰ ਦੇ ਉੱਤੇ ਉਹ ਰਾਜ ਕਰਦਾ ਰਿਹਾ। ਅਖੀਰ ਦੇ ਉੱਤੇ ਪੇਸ਼ਵਾ ਨੇ ਆਪਣਾ ਰਾਜ ਸਥਾਪਿਤ ਕਰ ਲਿਆ। ਸੋ ਜੋ ਆਪਾਂ ਗੱਲ ਚਲਾਈ ਸੀਗੀ ਸਵਾਮੀ ਧਰਮ ਤੀਰਥ ਤੋਂ, ਸਵਾਮੀ ਧਰਮ ਤੀਰਥ ਕਹਿੰਦਾ ਸੀ ਕਿ ਜੋ ਹਿੰਦੂ ਧਰਮ ਦੀ ਇਹ ਰੀਤ ਹੈ, ਜੋ ਇਹਨਾਂ ਦੇ ਵਿੱਚ ਸਮਾਜਿਕ ਵਿਤਕਰਿਆਂ ਦਾ ਜਿਹੜਾ ਗੇੜ ਹੈ, ਇਹ ਖਤਮ ਨਹੀਂ ਹੁੰਦਾ ਜਿੰਨੀ ਦੇਰ ਤੱਕ, ਉਦੋਂ ਤੱਕ ਹਿੰਦੁਸਤਾਨ ਇੱਕ ਨੇਸ਼ਨ ਨਹੀਂ ਬਣ ਸਕਦਾ। ਔਰ ਇਹ ਨੇਸ਼ਨ ਦੇ ਬਣਨ ਦੇ ਵਿੱਚ ਸਭ ਤੋਂ ਵੱਡੀ ਅੜਚਨ ਹੈ। ਉਹ ਕਹਿੰਦਾ ਸੀ ਕਿ ਜਦੋਂ ਜਦੋਂ ਵੀ ਇਸ ਤਰ੍ਹਾਂ ਦਾ ਰਾਜ ਆਏਗਾ, ਉਦੋਂ ਹਿੰਦੁਸਤਾਨ ਦੇ ਵਿੱਚ
ਖਤਰਾ ਹੋਏਗਾ ਔਰ ਹਿੰਦੂ ਧਰਮ ਦਾ ਨੁਕਸਾਨ ਬਹੁਤ ਵੱਡਾ ਹੋਏਗਾ। ਹੁਣ ਦੇਖੋ ਤੁਸੀਂ ਪਰਸ਼ੁਰਾਮ ਜੀ ਨੇ ਉਹ ਪਰਸਾ ਲੈ ਕੇ ਤੇ 21 ਵਾਰੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਛਤਰੀ ਕੁਲਾਂ ਸੀਗੀਆਂ ਸਾਰੀਆਂ ਖਤਮ ਕਰਤੀਆਂ, ਤੇ ਨਤੀਜਾ ਕੀ ਹੋਇਆ? ਅਸੀਂ ਬਾਅਦ ਤੋਂ ਆਉਣ ਵਾਲੇ ਲੋਕਾਂ ਦੇ ਗੁਲਾਮ ਹੋ ਗਏ। ਫਿਰ ਸਾਨੂੰ ਕੁਝ ਲੱਭਿਆ ਨਹੀਂ, 1000 ਸਾਲ ਅਸੀਂ ਉਹ ਗੁਲਾਮੀ ਕੱਟੀ। ਸੋ ਇਹ ਜਿਹੜਾ ਹੈਗਾ, ਇਹ ਹੁਣ ਜਿਹੜਾ ਸਿਸਟਮ ਚੱਲ ਰਿਹਾ ਹੈ, ਇਹ ਸਿਰਫ ਤੇ ਸਿਰਫ ਕਿਉਂਕਿ ਇਹ ਹਿੰਦੂ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਹੈ ਸਦੀਆਂ ਪੁਰਾਣੀ, ਗਰੀਬਾਂ ਵਾਸਤੇ, ਦਲਿਤਾਂ ਵਾਸਤੇ, ਆਦੀਵਾਸੀਆਂ ਵਾਸਤੇ, ਬ੍ਰਾਹਮਣਾਂ ਤੋਂ ਇਲਾਵਾ ਸਾਰਿਆਂ ਵਾਸਤੇ, ਕਿਉਂਕਿ ਔਰਤਾਂ ਨੂੰ ਵੀ ਸ਼ੂਦਰ ਗਿਣਿਆ ਜਾਂਦਾ ਹੈ ਤੇ ਬਾਕੀ ਤਾਂ ਸਾਰੇ ਹੈ ਹੀ ਜਿਹੜੇ ਕੁਛ ਹੈ। ਤੇ ਇਹ ਸਾਰਾ ਕੁਝ ਜਿਹੜਾ ਹੈ ਨਾ ਜੀ, ਇਹ ਇਹੋ ਜਿਹਾ ਰਾਜ ਸਥਾਪਿਤ ਹੋਣ ਜਾ ਰਿਹਾ ਹੈ। ਇਹ ਚਾਹੁੰਦੇ ਹੋਣ ਕਿ ਨਾ ਚਾਹੁੰਦੇ ਹੋਣ, ਇਹ ਨਹੀਂ ਮੇਰਾ ਤਾਂ ਖਿਆਲ ਇਹ ਚਾਹੁੰਦੇ ਨੇ, ਪਰ ਜੇ ਨਾ ਵੀ ਚਾਹੁੰਦੇ ਹੋਣ ਤਾਂ ਸਟੈਪ ਬਾਏ ਸਟੈਪ ਇਹ ਉੱਥੇ ਹੀ ਪਹੁੰਚ ਜਾਣਾ ਹੈ। ਕਿਉਂਕਿ ਇਸ ਤੋਂ ਬਾਅਦ ਇੱਕ ਹੋਰ ਆਉਣਾ, ਉਸਨੇ ਕਹਿਣਾ ਆਹ ਗੱਲ ਰਹਿ ਗਈ, ਇਹ ਵੀ ਸਥਾਪਿਤ ਕਰੋ। ਤੇ ਇਹ ਕਨਸਟੀਟਿਊਸ਼ਨ ਬਦਲਣ ਦੀ ਜਿਹੜੀ ਅਫਵਾਹ ਹੈ, ਇਹ ਕਾਫੀ ਦੇਰ ਤੋਂ ਆਪਣੇ ਇੱਥੇ ਚੱਕਰ ਲਾ ਰਹੀ ਹੈ, ਲੇਕਿਨ ਕਨਸਟੀਟਿਊਸ਼ਨ ਦੇ ਵਿੱਚ ਹੁਣ ਰਿਹਾ ਹੀ ਕੁਝ ਨਹੀਂ। ਹੁਣ ਦੇਖੋ ਤੁਸੀਂ, ਇਹ ਜਿਹੜਾ ਖੇਤੀ ਦਾ ਕਾਨੂੰਨ ਹੈ, ਇਸ ਐਗਰੀਕਲਚਰ ਸਟੇਟ ਲਿਸਟ ਦੇ ਉੱਤੇ ਆਉਂਦਾ, ਜਿਸ ਦੇ ਵਿੱਚ ਇਕੱਲਾ ਪ੍ਰੋਵਿੰਸ ਜਾਂ ਇਹ ਸਟੇਟ ਹੀ ਬਣਾ ਸਕਦਾ ਕਾਨੂੰਨ, ਤੇ ਇਹਨਾਂ ਨੇ ਉਸ ਨੂੰ ਸੈਂਟਰਲ ਲਿਸਟ ਦੇ ਉੱਤੇ ਲੈ ਕੇ ਤੇ ਆਪਣੇ ਆਪ ਹੀ ਕਾਨੂੰਨ ਬਣਾ ਲਿਆ। ਕਨਸਟੀਟਿਊਸ਼ਨ ਦਾ ਕੋਈ ਰਹੀ ਨਾ। ਜੇ ਅਸੀਂ ਸੁਪਰੀਮ ਕੋਰਟ ਵੱਲ ਦੇਖੀਏ ਤਾਂ ਉੱਥੇ ਕੋਈ ਬਹੁਤੀ ਆਸ ਦਿਖਾਈ ਨਹੀਂ ਦਿੰਦੀ। ਸੋ ਹੁਣ ਇਹ ਜਿਹੜਾ ਹੈਗਾ ਮਸਲਾ, ਇਹ ਸਿਰਫ MSP ਦਾ ਨਹੀਂ ਹੈ, ਇਹ ਮਸਲਾ ਜਿਹੜਾ ਹੈਗਾ, ਇਹ ਹਿੰਦੂ ਧਰਮ, ਹਿੰਦੂ ਰਾਸ਼ਟਰ ਸਥਾਪਿਤ ਕਰਨ ਦਾ ਮਸਲਾ ਹੈ। ਔਰ ਹਿੰਦੂ ਰਾਸ਼ਟਰ ਦੇ ਨਾਲ ਵੀ ਕੋਈ ਇਹਨਾਂ ਨੂੰ ਪਿਆਰ ਨਹੀਂ, ਕੁਛ ਨਹੀਂ। ਇਹ ਇੱਕ ਬਹਾਨਾ ਹੈ ਆਪਣੀ ਰਾਜਸੀ ਸੱਤਾ ਸਥਾਪਿਤ ਕਰਨ ਦਾ, ਔਰ ਬ੍ਰਾਹਮਣੀ ਰਾਜਸੀ ਸੱਤਾ ਸਥਾਪਿਤ ਕਰਨ ਦਾ, ਔਰ ਬਾਕੀ ਲੋਕਾਂ ਨੂੰ ਤਕਰੀਬਨ ਗੁਲਾਮੀ ਦੇ ਦਰਜੇ ਦੇ ਉੱਤੇ ਲੈ ਜਾਣ ਦਾ। ਸੋ ਇਹ ਸਮਝਣਾ ਪਏਗਾ। ਲੇਕਿਨ ਜੋ ਇਹ ਕਹਿੰਦੇ ਨੇ ਕਿ ਜੀ ਅਸੀਂ ਸਿਰਫ MSP ਖਤਮ ਕਰ ਰਹੇ ਹਾਂ, ਜਾਂ ਤਾਂ ਇਹਦਾ ਕਹਿੰਦੇ MSP ਵੀ ਨਹੀਂ ਖਤਮ ਕਰ ਰਹੇ, ਲੇਕਿਨ ਜੋ ਵੀ ਹੈ ਇਹ ਸਾਨੂੰ ਉਸ ਸੱਤਾ ਦੇ ਉੱਤੇ ਲੜਨਾ ਪਏਗਾ ਜਿਹੜੀ ਗੱਲ ਇਹ ਕਹਿੰਦੇ ਨੇ ਕਿ ਅਸੀਂ ਕਰਨ ਜਾ ਰਹੇ ਹਾਂ। ਸੋ ਇਹ ਕਾਨੂੰਨ ਇਹਨਾਂ ਨੇ ਕੀਤਾ ਹੈ, ਬਣਾਇਆ ਹੈ, ਸਾਨੂੰ ਇਹ ਮਨਜ਼ੂਰ ਨਹੀਂ। ਸਾਨੂੰ ਇਸ ਦੇ ਉੱਤੇ ਲੜਾਈ ਲੜਨੀ ਚਾਹੀਦੀ ਹੈ। ਲੇਕਿਨ ਜੋ ਲੰਮਾ ਏਮ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਹੈ, ਜਿਸ ਮੱਛੀ ਦੀ ਅੱਖ ਤੇ ਇਹਨਾਂ ਦਾ ਨਿਸ਼ਾਨਾ ਹੈ, ਸਾਡਾ ਵੀ ਉਸੇ ਮੱਛੀ ਦੀ ਅੱਖ ਦੇ ਉੱਤੇ ਨਿਸ਼ਾਨਾ ਚਾਹੀਦਾ ਹੈ। ਇਹ ਚਾਹੁੰਦੇ ਨੇ ਕਿ ਅਸੀਂ ਇਸ ਨੂੰ ਇਹਦੇ ਨਾਲ ਆਪਣਾ ਸੋਮਵਾਰ ਜਿੱਤ ਲਈਏ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਕਹੀਏ ਕਿ ਅਸੀਂ ਇਹਦੇ ਨਾਲ ਡੈਮੋਕ੍ਰੇਸੀ, ਲੋਕ ਰਾਜ ਕਾਇਮ ਰੱਖਾਂਗੇ। ਸਾਡਾ ਵੀ ਇੱਕੋ ਹੀ ਮੱਛੀ ਦੀ ਅੱਖ ਦੇ ਉੱਤੇ ਨਿਸ਼ਾਨਾ ਹੋਣਾ ਚਾਹੀਦਾ ਹੈ ਕਿ ਲੋਕ ਰਾਜ ਕਾਇਮ ਰਹੇਗਾ ਹਰ ਹਾਲਤ ਦੇ ਵਿੱਚ, ਔਰ ਲੋਕ ਬਰਾਬਰ ਹੋਣਗੇ, ਕੋਈ ਕਿਸੇ ਦੀ ਗੁਲਾਮੀ ਨਹੀਂ ਕਰੇਗਾ। ਔਰ ਚਾਹੇ ਤੁਸੀਂ ਇਸ ਨੂੰ ਕੁਝ ਕਹੀ ਜਾਓ, ਹਿੰਦੂ ਰਾਸ਼ਟਰਤਾ ਹੋ ਹੀ ਗਿਆ ਜਦੋਂ 80% 85% ਹਿੰਦੂ ਹੈ ਇਸ ਦੇ ਵਿੱਚ, ਤੁਸੀਂ ਇਹਦੇ ਨਾਮ ਬਦਲੀ ਜਾਓ, ਕੁਝ ਕਰੀ ਜਾਓ। ਸਾਨੂੰ ਇਹਦੇ ਵਿੱਚ ਲੋਕ ਰਾਜ ਚਾਹੀਦਾ ਹੈ, ਔਰ ਸਾਨੂੰ ਆਪਣੀ ਆਜ਼ਾਦੀ ਚਾਹੀਦੀ ਹੈ, ਜਿਹੜੀ ਕਿ ਸਾਡੀ ਕਨਸਟੀਟਿਊਸ਼ਨ ਨੇ ਸਾਨੂੰ ਦਿੱਤੀ ਹੋਈ ਹੈ। ਜਿਹੜੀ ਤੁਸੀਂ ਖਤਮ ਕਰਤੀ ਹੈ, ਇਸ ਨੂੰ ਬਹਾਲ ਕਰੋ। ਇਹ ਗੱਲ ਇੱਥੇ ਜਾ ਕੇ ਨਿਬੜੇਗੀ। ਬਾਕੀ ਇਹ ਲੜਾਈਆਂ ਕਿਸੇ ਬਿਨਾਂ ਦੇ ਉੱਤੇ ਲੜੀ ਜਾਣ। ਸਰ, ਇੱਕ ਨਾ ਤੁਸੀਂ ਆਰਟੀਕਲ ਲਿਖਿਆ ਸੀ ਫੇਸਬੁੱਕ ਤੇ 1-2 ਦਿਨ ਪਹਿਲਾਂ ਹੀ, ਉਹਦੇ ਵਿੱਚ ਤੁਸੀਂ ਇੱਕ ਬੜਾ ਤਗੜਾ ਇਸ਼ਾਰਾ ਕੀਤਾ ਸੀ ਕਿ UNO ਨੇ ਕਿਹਾ ਹੋਇਆ ਵੀ ਅਕਾਲ ਪੈਣ ਵਾਲਾ, ਤੇ ਉਹਦੇ ਕਰਕੇ ਵੀ ਇਹ ਜਿਹੜਾ ਕਾਨੂੰਨ ਜਿਹੜੇ ਲਿਆਂਦੇ ਨੇ ਖੇਤੀ ਕਾਨੂੰਨ, ਉਹ ਵੀ ਇੱਕ ਮਨਸ਼ਾ ਜ਼ਾਹਰ ਕੀਤੀ ਤੁਸੀਂ। ਤਾਂ ਉਹ ਇੱਕ ਪੂਰੀ ਐਪੀਸੋਡ ਕੀ ਸੀ ਤੁਹਾਡੇ ਬਾਬਤ, ਤੁਸੀਂ ਕੀ ਸਮਝਦੇ ਹੋ ਉਹਦੇ ਬਾਰੇ? ਨਹੀਂ, ਗੱਲ ਇਹ ਹੈਗੀ ਕਿ ਜੇ ਫਰਜ਼ ਕਰੋ ਇਹਨਾਂ ਨੇ ਇਹੀ ਕਰਨਾ ਹੋਵੇ ਕਿ ਜੀ ਉਹ ਜਿਹੜੇ ਅਡਾਨੀ ਅੰਬਾਨੀ ਹੈ ਉਹਨਾਂ ਨੂੰ ਇਹ ਸਾਰਾ ਅਨਾਜ ਦੇਣਾ ਹੋਵੇ, ਤਾਂ FCI ਖਰੀਦਦੀ ਹੈ ਲੋਕਾਂ ਕੋਲੋਂ, ਤੇ ਉਸ ਨੂੰ ਖਰੀਦ ਕੇ ਉਹ ਆਪਣੇ ਕੋਲ ਰੱਖਦੀ ਹੈ। ਇਹ ਉਸ ਸਟੇਜ ਦੇ ਉੱਤੇ ਅਡਾਨੀ ਅੰਬਾਨੀ ਨੂੰ ਦੇ ਸਕਦੇ ਨੇ ਕਿ ਭਾਈ ਤੁਸੀਂ ਵੀ ਆਪਣਾ ਕਰ ਲਓ, ਔਰ ਆਪਣਾ ਵੀ ਇਹ ਹਿੱਸਾ ਰੱਖ ਸਕਦੇ ਆ ਸਟੇਟ ਵਾਲੇ। ਲੇਕਿਨ ਇਹ ਨਹੀਂ ਕਰ ਰਹੇ। ਇਹ ਕਹਿੰਦੇ ਨੇ ਕਿ ਸਾਡੇ ਕੋਲ 4 ਸਾਲ ਦਾ ਅਨਾਜ ਜਮ੍ਹਾਂ ਪਿਆ। ਹੁਣ
ਅਗਲਾ ਸਾਲ ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਇੱਕ ਅਕਾਲ ਪੈਣ ਵਾਲਾ ਹੈ, ਬੜਾ ਭਿਆਨਕ ਅਕਾਲ ਪੈਣ ਵਾਲਾ ਹੈ, ਔਰ ਉਸ ਦੇ ਵਿੱਚ ਉਹ ਅਨਾਜ ਦੀ ਕੀਮਤ ਬਹੁਤ ਜ਼ਿਆਦਾ ਦੁੱਗਣੀ ਚੌਗਣੀ ਹੋ ਕੇ ਇਹ ਅਨਾਜ ਵਿਕੇਗਾ। ਇਸ ਵਾਸਤੇ ਇਹ ਲੋਕ ਚਾਹੁੰਦੇ ਨੇ ਕਿ ਉਹਨਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਏ, ਤੇ ਪਤਾ ਨਹੀਂ ਉਹ ਜਿਹੜਾ ਸਟੇਟ ਦਾ ਅਨਾਜ ਪਿਆ, ਫਿਰ ਉਹ ਲੌਜੀਕਲ ਗੱਲ ਹੈ ਕਿ ਜਦੋਂ ਤੁਸੀਂ ਭੰਡਾਰਨ ਦੀ ਇਸ ਨੂੰ ਗੱਲੇ ਦੇ ਵਿੱਚ ਕਿੰਨਾ ਹੋਣਾ ਚਾਹੀਦਾ ਇਸ ਦੀ ਸੀਮਾ ਹੀ ਰੱਦ ਕਰਤੀ, ਤਾਂ ਸਾਰਾ ਸਟੇਟ ਵਾਲਾ ਅਨਾਜ ਵੀ ਤੁਸੀਂ ਉਹਨਾਂ ਨੂੰ ਦੇ ਦਿਓਗੇ। ਉਹਨਾਂ ਨੇ ਕੀ ਕਰਨਾ ਹੈ, ਉਹਨਾਂ ਨੇ ਇਸ ਨੂੰ ਮਹਿੰਗਾ ਕਰਕੇ ਵੇਚਣਾ ਹੈ। ਤਾਂ ਜਿਹੜਾ ਹੁਣ ਵੀ ਪੋਜੀਸ਼ਨ ਇਹ ਹੈ ਹਿੰਦੁਸਤਾਨ ਦੀ ਕਿ ਇੱਥੇ ਸਾਡੇ ਕੋਲੋਂ 5 ਰੁਪਏ ਤੋਂ ਵੱਧ ਟਮਾਟਰ ਨਹੀਂ ਲਏ ਜਾਂਦੇ, ਤੇ 2-3 ਰੁਪਇਆਂ ਤੋਂ ਵੱਧ ਕਿਸਾਨਾਂ ਕੋਲੋਂ ਗੰਢੇ ਨਹੀਂ ਲਏ ਜਾਂਦੇ। ਲੇਕਿਨ ਜਦੋਂ ਮਰਜ਼ੀ ਹੁੰਦੀ ਹੈ ਗੰਢੇ 150 ਰੁਪਏ ਕਿਲੋ ਹੋ ਜਾਂਦੇ ਹੈ, 100 ਰੁਪਏ ਕਿਲੋ ਹੋ ਜਾਂਦੇ ਹੈ, ਤੇ ਟਮਾਟਰ ਜਿਹੜੇ ਹੈਗੇ 45 ਰੁਪਏ ਆਮ ਵਿਕਦੇ ਹੈ। ਤਾਂ ਜਿਹੜਾ ਇਹ ਵਿੱਚ ਦਾ ਗੈਪ ਹੈ, ਇਹ ਲੋਕ ਉਹਨਾਂ ਨੂੰ ਜਿਹੜੇ ਵਿਚੋਲੀਏ ਜਿਨ੍ਹਾਂ ਨੂੰ ਕਹਿੰਦੇ ਨੇ, ਦੂਸਰਿਆਂ ਨੂੰ ਇਹ ਆੜਤੀਆਂ ਨੂੰ ਗਲਤ ਵਿਚੋਲੀਏ ਕਹਿ ਰਹੇ ਨੇ, ਜਿਹੜੇ ਅਸਲ ਵਿਚੋਲੀਏ ਹਨ ਉਹਨਾਂ ਨੂੰ ਇਹ ਲੁਟਾ ਰਹੇ ਹੈ। ਹੁਣ ਜਿਹੜੇ ਬੰਦੇ ਨੇ 5 ਰੁਪਏ ਖਰੀਦਿਆ ਤੇ 45 ਰੁਪਏ ਵੇਚਿਆ, ਉਹ 40 ਰੁਪਏ ਕਮਾ ਰਿਹਾ। ਤੇ ਜੇ ਕਿਸਾਨ ਨੂੰ 10 ਰੁਪਏ ਮਿਲ ਜਾਏ ਤਾਂ ਉਹ ਉਸ ਦੇ ਤਾਂ ਪੌਂ 12 ਹੋ ਜਾਣ, ਉਹ ਤਾਂ ਵਿਚਾਰਾ ਕਮ ਸੇ ਕਮ ਆਪਣੇ ਖਰਚੇ ਕੱਢ ਲਏ ਤੇ ਖਰਚੇ ਕੱਢ ਕੇ ਕੁਝ ਬਚਾ ਲਏ ਜੀ। ਇਹ ਜੇ ਕੀਮਤਾਂ ਇਹਨਾਂ ਦੀਆਂ ਅਨਾਜ ਦੀਆਂ ਦੁੱਗਣੀਆਂ ਵੀ ਹੋ ਜਾਣ, ਜੋ ਵਸਤਾਂ ਅਸੀਂ ਵੇਚਦੇ ਹਾਂ, ਫਰੂਟ ਸਬਜ਼ੀਆਂ ਵਗੈਰਾ, ਜੇ ਦੁੱਗਣੀਆਂ ਵੀ ਹੋ ਜਾਣ ਤਾਂ ਵੀ ਉਹ ਅਗਾਂਹ ਕੰਜ਼ਿਊਮਰ ਨੂੰ ਜੇ ਇਹ ਠੀਕ ਰੇਟ ਤੇ ਦੇ ਸਕਣ ਤਾਂ ਫਿਰ ਵੀ ਉਹਨਾਂ ਨੂੰ ਸਸਤੀਆਂ ਪੈਣਗੀਆਂ। ਸੋ ਮਸਲਾ ਇਹ ਨਹੀਂ ਹੈਗਾ ਕਿ ਜੀ ਇਹਨਾਂ ਨੇ ਉਹਨਾਂ ਨੂੰ ਅਡਾਨੀ ਅੰਬਾਨੀ ਨੂੰ ਦੇਣੀਆਂ। ਇਹ ਸਾਰੇ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਅਧੀਨ ਗੁਲਾਮ ਕਰਨਾ ਚਾਹੁੰਦੇ ਹੈ। ਇਨਡਾਇਰੈਕਟਲੀ ਇਹਨਾਂ ਦੇ ਗੁਲਾਮ ਹੋ ਜਾਣਗੇ, ਕਿਉਂਕਿ ਸਿਆਸਤ ਦੇ ਵਿੱਚ ਤਾਂ ਇਹਨਾਂ ਨੇ ਰਹਿਣਾ। ਤਾਂ ਜਿਹੜੇ ਹੁਣ ਲੇਬਰ ਕਾਨੂੰਨ ਵੀ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਬਦਲ ਦਿੱਤੇ ਨੇ। ਲੇਬਰ ਕਾਨੂੰਨ ਬਦਲਣ ਦਾ ਮਤਲਬ ਇਹ ਹੈ ਕਿ ਹੁਣ ਤੁਸੀਂ ਆਪਣੇ ਕੋਲੇ ਤਾਂ ਕੁਝ ਰੱਖਣਾ ਨਹੀਂ। ਹੁਣ FCI ਦੇ ਵਿੱਚ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਤਨਖਾਹ ਸਰਕਾਰ ਤੋਂ ਮਿਲਦੀ ਹੈ ਜਾਂ ਸਰਕਾਰੀ ਰੇਟ ਦੇ ਉੱਤੇ ਉਹਨਾਂ ਨੂੰ ਸਾਰਾ ਉਹਨਾਂ ਦਾ ਜੋ ਵੀ ਮਿਹਨਤਾਨਾ ਹੈਗਾ ਮਿਲਦਾ ਹੈ। ਤਾਂ ਇਹ ਹੁਣ ਅਡਾਨੀ ਅੰਬਾਨੀ ਦੇ ਹੇਠ ਹੋ ਜਾਣਗੇ। ਅਡਾਨੀ ਅੰਬਾਨੀ ਵਾਲੇ ਆਪਣੀ ਮਰਜ਼ੀ ਦੇ ਲੋਕ ਰੱਖਣਗੇ, ਤੇ ਜਿਹੜੇ ਕਾਨੂੰਨ ਇਹਨਾਂ ਨੇ ਤੈਅ ਕੀਤੇ ਨੇ ਉਹਦੇ ਅੰਦਰ ਉਹ ਜਿੰਨੀ ਮਰਜ਼ੀ ਉਹਨੂੰ ਤਨਖਾਹ ਦੇਣ ਉਹਨੂੰ ਲੈਣੀ ਪਏਗੀ। ਤੇ ਜਦੋਂ ਮਰਜ਼ੀ ਜੇ ਉਹ ਮਾੜੀ ਮੋਟੀ ਅੜਚਨ ਡਾਵੇ ਜਾਂ ਨਾਬਰੀ ਕਰੇ ਤਾਂ ਇਹ ਉਹਨੂੰ ਕੱਢ ਸਕਦੇ ਨੇ। ਯਾਨੀ ਕਿ ਸਾਰਾ ਹਿੰਦੁਸਤਾਨ ਗਰੀਬ ਹੋ ਗਿਆ ਤਾਂ ਹਰ ਇੱਕ ਕੋਈ ਨੌਕਰੀ ਕਰਨ ਵਾਸਤੇ ਭੱਜੇਗਾ। ਸੋ ਇਹ ਬੜੀ ਡੂੰਘੀ ਸਾਜ਼ਿਸ਼ ਹੈ, ਕੋਈ ਮਾੜੀ ਮੋਟੀ ਨਹੀਂ ਹੈ। ਤੇ ਇਹ ਜਿਹੜਾ ਅਕਾਲ ਦੀ ਗੱਲ ਹੈ, ਤੇ ਦੂਸਰਾ ਜਿਹੜਾ 4 ਸਾਲਾਂ ਦਾ ਹਿੰਦੁਸਤਾਨ ਦਾ ਅੰਨ ਜਮ੍ਹਾਂ ਪਿਆ ਉਸ ਨੂੰ ਦੇਣ ਦੀ ਗੱਲ ਹੈ ਇਹ। ਔਰ ਇਸ ਦੇ ਵਿੱਚ ਉਹ ਵੀ ਮੁਨਾਫਾ ਉਠਾਉਣਗੇ ਬਹੁਤ ਵੱਡਾ, ਖਾਮਖਾ ਜੋ ਉਹਨਾਂ ਨੇ ਕੁਛ ਨਹੀਂ ਕੀਤਾ ਉਸ ਦਾ ਮੁਨਾਫਾ ਲੈਣਗੇ। ਤੇ ਉਹ ਆਪਣੇ ਜਿਹੜੇ ਇਹਨਾਂ ਦੇ ਸਿਆਸੀ ਮਾਲਕ ਹਨਗੇ ਉਹਨਾਂ ਦੀ ਵੀ ਪੁਸ਼ਤ ਪਨਾਹੀ ਕਰਨਗੇ, ਉਹਨਾਂ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ ਆਪਣਾ ਪੂਰਾ ਯੋਗਦਾਨ ਪਾਉਣਗੇ। ਜਿਵੇਂ ਕਿ ਹੁਣ ਜਿਹੜੇ ਉਹ ਬੌਂਡ ਖਰੀਦ ਰਹੇ ਆ ਉਹਨਾਂ ਦੇ ਰਾਹੀਂ ਪਾ ਰਹੇ ਨੇ। ਸੋ ਇਹ ਇਸ ਪੱਖੋਂ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਜਿਹੜੀ ਕਿ ਦੇਸ਼ ਦੇ ਬਰਖਲਾਫ ਕੀਤੀ ਜਾ ਰਹੀ ਹੈ। ਸਰ, ਜਿਵੇਂ ਮਤਲਬ ਸਰਕਾਰ ਕਹਿ ਰਹੀ ਹੈ ਕਿ ਅੰਨ ਲੋੜ ਤੋਂ ਜ਼ਿਆਦਾ ਪੈਦਾ ਹੋ ਰਿਹਾ ਹੈ, ਔਰ ਜਿਹੜਾ MSP ਚਲੋ ਕਈ ਫਸਲਾਂ ਤੇ ਦਿੱਤਾ ਤਾਂ 2 ਤੇ ਹੀ ਜਾ ਰਿਹਾ ਹੈ, ਪਰ ਉਹ ਕਹਿੰਦੇ ਨੇ ਸਾਡੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ। ਤਾਂ ਜੇ ਹੁਣ ਸਰਕਾਰ ਕੋਲ ਸੰਭਾਲਿਆ ਨਹੀਂ ਜਾ ਰਿਹਾ, ਫਿਰ ਉਹਦੇ ਲਈ ਸਰਕਾਰ ਜਾਂ ਉਹਦੇ ਲਈ ਬਦਲ ਕੀ ਹੋ ਸਕਦੇ ਆ? ਕਿਸਾਨ ਕੀ ਕਰ ਸਕਦਾ ਉਹਦੇ ਲਈ? ਸਰਕਾਰ ਕੋਲ ਕੀ ਆਪਸ਼ਨ ਬਚਦੇ ਨੇ? ਦੇਖੋ ਗੱਲ ਇਹ ਹੈ, ਇਹਨਾਂ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਇਹ ਕਹਿ ਰਹੇ ਨੇ। ਹੁਣ ਜਦੋਂ ਤੁਸੀਂ ਇੱਕ ਰਾਜੇ ਦੇ ਕੋਲ ਕੋਈ ਬੰਦਾ ਗਿਆ, ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਰਾਹ ਦੇ ਵਿੱਚ ਮੈਂ ਤੁਰਿਆ ਆਉਂਦਾ ਸੀ, ਮੈਨੂੰ ਲੁੱਟ ਕੇ ਲੈ ਗਏ ਲੋਕ। ਉਹ ਕਹਿੰਦਾ ਯਾਰ ਕੀ ਕਰੀਏ, ਇੰਨੇ ਦੂਰ ਤਾਂ ਹੀ ਰਾਜ ਫੈਲਿਆ, ਜਗ੍ਹਾ ਦੇ ਉੱਤੇ ਅਸੀਂ ਆਪਦੀ ਇੰਨੀ ਚੌਕਸੀ ਨਹੀਂ ਰੱਖ ਸਕਦੇ। ਤਾਂ ਉਹ ਕਹਿੰਦਾ ਫਿਰ ਜੇ ਇੰਨੀਆਂ ਮੱਲਾਂ ਕਿਉਂ ਮਾਰੀਆਂ ਸੀ ਜੇ ਤੁਸੀਂ ਸੰਭਾਲ ਨਹੀਂ ਸਕਦੇ? ਜੇ ਤੁਸੀਂ ਇਸ ਨੂੰ ਅੰਨ ਨੂੰ ਸੰਭਾਲ ਨਹੀਂ ਸਕਦੇ ਇਸ ਜ਼ਮਾਨੇ ਦੇ ਵਿੱਚ ਜਿੱਥੇ ਕਿ ਅੱਧੀ ਦੁਨੀਆ ਭੁੱਖੀ ਮਰ ਰਹੀ ਹੈ, ਤੇ ਤੁਸੀਂ ਉੱਥੇ ਵੇਚ ਨਹੀਂ ਸਕਦੇ, ਤੁਹਾਡਾ ਗੱਲਾ ਭਰਦਾ ਜਾ ਰਿਹਾ ਹੈ, ਤੁਹਾਡੇ ਕੋਲੇ ਇੰਨੀ ਅਕਲ ਨਹੀਂ ਹੈ
कि इस नूं किस तरह नाल मैनेज करना है, तो फिर तुसीं की गल करदे हो? फिर तुसीं ये खड़ा छड्डो। ਅਸੀਂ ਲੋਕ ਆਪਣਾ ਗੱਲਾਂ ਆਪ ਮੈਨੇਜ ਕਰਾਂਗੇ। ਬਾਕੀ ਜਿਹੜੀ ਕਹਿੰਦੇ ਆ ਨਾ ਵੀ ਇਹ ਜੀ ਇੱਕ ਸਾਰੇ ਹੋਰ ਪ੍ਰਦੇਸ਼ਾਂ ਤੋਂ ਆਉਣ ਲੱਗ ਪਿਆ, ਤੁਸੀਂ ਕਦੇ ਸਟੱਡੀ ਕਰਕੇ ਦੇਖਿਓ ਇਹ ਜਿੱਥੋਂ ਆ ਰਿਹਾ ਹੈ ਨਾ, ਉਹ ਮੱਧ ਪ੍ਰਦੇਸ਼, ਯੂਪੀ, ਰਾਜਸਥਾਨ, ਹਰਿਆਣਾ, ਇਹ ਉੱਥੋਂ ਆ ਰਿਹਾ ਜਿੱਥੇ ਜਿੱਥੇ ਸਿੱਖਾਂ ਦੀ ਮੈਜੋਰਿਟੀ, ਸਿੱਖਾਂ ਦੇ ਕੋਈ ਐਸਟੈਬਲਿਸ਼ਮੈਂਟ ਸਨਗੇ ਤੇ ਫਾਰਮ ਹੋਣਗੇ। ਸੋ ਇਹ ਸਾਡਾ ਤਾਂ ਫਰਜ਼ ਹੈ ਪੈਦਾ ਕਰਨਾ ਹਨ ਔਰ ਮਨੁੱਖਤਾ ਦੀ ਭੁੱਖ ਨੂੰ ਦੂਰ ਕਰਨਾ। ਹੁਣ ਇਹ ਜੇ ਇਹ ਆਪਣਾ ਗੱਲਾਂ ਨਹੀਂ ਧਿਆਨ ਨਾਲ ਮੈਨੇਜ ਕਰ ਸਕਦੇ ਤੇ ਨਹੀਂ ਇਹ ਆਪਣੀ ਇਨਵੈਂਟਰੀ ਨੂੰ ਚੇਂਜ ਕਰ ਆਪਣੇ ਹੱਕ ਦੇ ਵਿੱਚ ਇਸ ਨੂੰ ਵਰਤ ਸਕਦੇ ਤਾਂ ਇਹ ਸਾਨੂੰ ਅਧਿਕਾਰ ਦੇਣ। ਅਸੀਂ ਇੱਧਰਲੇ ਪਾਸੇ ਦੇਖੋ, ਦੂਸਰੇ ਪਾਸੇ ਸਾਰੇ ਦੇ ਸਾਰੇ ਭੁੱਖੇ ਮੁਲਕ ਹਨਗੇ ਜਿਨ੍ਹਾਂ ਦੇ ਵਿੱਚ ਕੱਖ ਨਹੀਂ ਹੁੰਦਾ। ਕਿਤੇ ਰੇਗਿਸਤਾਨ ਹੈ, ਕਿਤੇ ਇੱਥੋਂ ਆਪਾਂ ਚੱਲੀਏ ਪਾਕਿਸਤਾਨ ਆ ਗਿਆ, ਇਹ ਚਲੋ ਜ਼ਰਖੇਜ਼ ਇਲਾਕਾ, ਫਿਰ ਇਸ ਤੋਂ ਅਗਾਂਹ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ, ਅਫਗਾਨਿਸਤਾਨ ਆ ਜਾਂਦਾ, ਹੋਰ ਆ ਜਾਂਦਾ ਅਗਾਂਹ ਤਾਜਿਕਸਤਾਨ ਵਗੈਰਾ ਵਗੈਰਾ। ਇੱਥੇ ਸਾਰਿਆਂ ਦੇ ਵਿੱਚ ਕੋਈ ਅੰਨ ਨਹੀਂ ਹੁੰਦਾ। ਇੱਥੇ ਅੱਗੇ ਫਿਰ ਅਰੇਬੀਆ ਆ ਜਾਂਦਾ, ਫਿਰ ਅਫਰੀਕਾ ਆ ਜਾਂਦਾ। ਸਾਡੇ ਵਾਸਤੇ ਤਾਂ ਸਾਰਾ ਇਹ ਖੁੱਲ੍ਹਾ ਹੋਇਆ। ਅਸੀਂ ਤਾਂ ਇੱਥੋਂ ਸਿੱਧਾ ਉਹਨਾਂ ਨੂੰ ਭੇਜਾਂਗੇ ਤੇ ਆਪਣੀ ਮਰਜ਼ੀ ਦੀਆਂ ਚੀਜ਼ਾਂ ਖਰੀਦਾਂਗੇ ਉਹਨਾਂ ਕੋਲੋਂ। ਤਾਂ ਇਹ ਜੇ ਨਹੀਂ ਮੈਨੇਜ ਕਰ ਸਕਦੇ, ਇਹ ਇੰਨੀ ਜੋਗੇ ਵੀ ਨਹੀਂ ਹੈ। ਅੱਛਾ, ਫਿਰ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਇਹਨਾਂ ਨੇ ਪਲੈਨਿੰਗ ਕਿਉਂ ਨਹੀਂ ਕੀਤੀ, 4 ਸਾਲ ਦਾ ਕਿਉਂ ਇਕੱਠਾ ਕੀਤਾ ਹੈ? ਇਹਨਾਂ ਨੂੰ ਨਹੀਂ ਪਤਾ ਕਿ ਜੀ ਇਹ ਜਿਹੜੇ ਅਕਾਲ ਪੈਂਦੇ ਨੇ ਰੈਗੂਲਰ ਹੋਣਗੇ ਤੇ ਉਸ ਤੋਂ ਇਲਾਵਾ ਇਹ ਪ੍ਰੈਡਿਕਟ ਕੀਤੇ ਜਾ ਸਕਦੇ ਹੈ। ਉਸ ਤੋਂ ਇਲਾਵਾ ਹੁਣ ਦੇਖੋ ਚੀਨ ਨੂੰ ਥਾਈਲੈਂਡ ਕੋਲੋਂ, ਬਰਮਾ ਕੋਲੋਂ, ਵੀਅਤਨਾਮ ਕੋਲੋਂ ਇਹ ਚੌਲ ਲੈਂਦਾ ਚੀਨ। ਐਤਕੀ ਵਾਰੀ ਉਹਨੂੰ ਕਿਤੋਂ ਨਹੀਂ ਮਿਲ ਰਹੇ। ਉਹ ਹਿੰਦੁਸਤਾਨ ਤੋਂ ਟੋਟਾ ਚੌਲ ਇੰਪੋਰਟ ਕਰ ਰਿਹਾ ਇਸ ਵੇਲੇ। ਹੁਣ ਗੱਲ ਚੱਲ ਰਹੀ ਆ ਔਰ ਉਹਨਾਂ ਨੂੰ ਦੇ ਰਹੇ ਨੇ ਇਹ ਟੋਟਾ ਚੌਲ। ਉਹ ਟੋਟੇ ਤੱਕ ਲੈਣ ਨੂੰ ਤਿਆਰ ਹੈ ਵਿਚਾਰਾ, ਕਿਉਂਕਿ ਉਹਨੂੰ ਕੁਛ ਕਿਤੋਂ ਮਿਲਦਾ ਨਹੀਂ ਕੁਛ। 66 ਡਾਲਰ ਪਰ ਕੁਇੰਟਲ ਉਹਨੂੰ ਦੇ ਰਹੇ ਨੇ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਹਨਗੀਆਂ, ਇਹ ਮੈਨੇਜ ਨਹੀਂ ਕਰ ਸਕ ਰਹੇ ਲੋਕ। ਧੱਕੇ ਨਾਲ ਇਹਨਾਂ ਕੋਲੋਂ ਆ ਕੇ ਖਰੀਦ ਕੇ ਪੂਰੀ ਕੀਮਤ ਦੇ ਕੇ ਲੈ ਜਾ ਰਹੇ ਨੇ ਤੇ ਇਹ ਸਾਨੂੰ ਫਿਰ ਮੈਨੇਜ ਕਰਨ ਦੇਣ। ਜੇ ਨਹੀਂ ਕਰ ਸਕਦੇ ਤਾਂ ਅਸੀਂ ਕਰਾਂਗੇ। ਸਾਨੂੰ ਪਤਾ ਹੈ ਕਿੱਥੇ ਅਨਾਜ ਭੇਜਣਾ, ਕਿੱਥੇ ਲੋੜ ਹੈ। ਪਿਛਲੇ ਸਮਿਆਂ ਦੇ ਵਿੱਚ ਕਈ ਸਾਰੇ ਮੁਲਕਾਂ ਦੇ ਸਫੀਰ ਸਾਡੇ ਫੋਰਨ ਆਫਿਸ ਦੇ ਵਿੱਚ ਆਏ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਿੱਖ ਫਾਰਮਰ ਚਾਹੀਦੇ ਹੈ। ਜਿਸ ਤਰ੍ਹਾਂ ਮੰਗੋਲੀਆ ਦੇ, ਇਥੋਪੀਆ ਦੇ, ਕਈ ਮੁਲਕਾਂ ਦੇ 8-10 ਮੁਲਕਾਂ ਦੇ ਸਫੀਰ ਆਏ ਸੀ। ਇਸ ਵੇਲੇ ਅਮਰੀਕਾ, ਕੈਲੀਫੋਰਨੀਆ ਕਹਿੰਦਾ ਹੈ ਕਿ ਸਾਡੀ ਜਿਹੜੀ ਸਟੇਬਿਲਿਟੀ ਆ ਉਹ ਸਿੱਖ ਫਾਰਮਰਸ ਕਰਕੇ ਹੈ, ਰਾਈਸ ਦੀ, ਇਸ ਦੀ ਖਾਣ ਦੇ ਪਦਾਰਥਾਂ ਦੀ ਤੇ ਫਰੂਟ ਦੀ। ਕੈਨੇਡਾ ਕਹਿੰਦਾ ਹੈ ਕਿ ਸਾਡਾ ਜਿਹੜਾ ਸਾਰੀ ਵੀਟ ਦੀ ਸਰਪਲਸ ਹੈ ਇਹ ਸਿੱਖ ਫਾਰਮਰਸ ਕਰਕੇ ਹੈ। ਆਸਟ੍ਰੇਲੀਆ ਦੇ ਵਿੱਚ ਅਸੀਂ ਪੈਦਾ ਕਰ ਰਹੇ ਹਾਂ, ਉੱਥੇ ਵੀ ਉਹ ਲੋਕ ਐਕਨੋਲਜ ਕਰਦੇ ਹੈ। ਇਹ ਲੋਕ ਐਕਨੋਲਜ ਕਰਨ ਔਰ ਸਾਨੂੰ ਮੈਨੇਜਮੈਂਟ ਦੇਣ ਆਪਣੀ। ਅਸੀਂ ਦੇਖਦੇ ਹਾਂ ਵੀ ਕਿੱਥੇ ਜਾਣਾ ਤੇ ਸਾਨੂੰ ਇੰਨੀ ਕੁ ਸਮਝ ਹੈਗੀ ਵੀ ਅਸੀਂ ਇਹਨੂੰ ਵੇਚ ਸਕਦੇ ਹਾਂ, ਅਸੀਂ ਇਸ ਨੂੰ ਲੋਕਾਂ ਦੇ ਭਲੇ ਵਾਸਤੇ ਵਰਤ ਸਕਦੇ ਹਾਂ। ਅਸੀਂ ਮਨੁੱਖਤਾ ਨੂੰ ਜਿਹੜੇ ਇਹ ਭੁੱਖੇ ਮਰ ਰਹੇ ਲੋਕ ਹਨਗੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਸਕਦੇ ਹਾਂ। ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਇਹਨਾਂ ਨੂੰ ਚਾਹੀਦਾ ਸੀ ਵੀ ਇਹ ਸਾਡੇ ਵਾਸਤੇ ਪਲੈਨਿੰਗ ਕਰਦੇ। ਜੇ ਸਾਡੇ ਇਹਨਾਂ ਨੇ ਅੰਨ ਲੈ ਕੇ ਆਪਣੇ ਭੰਡਾਰ ਦੇ ਵਿੱਚ ਪਾਇਆ ਤਾਂ ਫਿਰ ਪਲੈਨਿੰਗ ਵੀ ਇਹੀ ਕਰਨ, ਤੇ ਜੇ ਨਹੀਂ ਕਰ ਸਕੇ ਤਾਂ ਅਸੀਂ ਹਾਜ਼ਰ ਹਾਂ। ਸਰ, ਇੱਕ ਛੋਟਾ ਜਿਹਾ ਸਵਾਲ ਆ, ਉਸ ਤੋਂ ਬਾਅਦ ਆਪਾਂ ਕਿ ਬੜੇ ਅਹਿਮ ਸਵਾਲ ਵੱਲ ਜਾਂਦੇ ਆ। ਜਿਵੇਂ MSP ਲਗਭਗ 23 ਫਸਲਾਂ ਤੇ ਡਿਕਲੇਅਰ ਕੀਤੀ ਹੋਈ ਹੈ ਲੇਕਿਨ ਮਿਲਦਾ ਸਿਰਫ ਕਣਕ ਝੋਨੇ ਤੇ ਆ। ਇਹਦਾ ਕਾਰਨ ਕੀ ਤੁਸੀਂ ਸਮਝ ਸਕਦੇ ਹੋ ਵੀ ਇਹ ਕਣਕ ਝੋਨਾ ਹੀ ਕਿਉਂ ਇੰਪੋਰਟੈਂਟ ਮੰਨਿਆ ਹੋਇਆ ਭਾਰਤ ਸਰਕਾਰ ਨੇ? ਕਣਕ ਝੋਨੇ ਦੇ ਉੱਤੇ ਇਸ ਵਾਸਤੇ ਮਿਲਦੀ ਹੈ ਕਿਉਂਕਿ ਇਹ ਬੇਸਿਕ ਫਸਲਾਂ ਹਨਗੀਆਂ। ਆਪਣੇ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਬਾਹਰ ਦੇ ਲੋਕ, ਹਰਿਆਣੇ ਤੋਂ ਬਾਹਰ ਦੇ ਲੋਕ ਸਾਰੇ ਕਣਕ ਚੌਲ ਖਾਂਦੇ ਨੇ। ਚੌਲ ਆਪਾਂ ਤਾਂ ਖਾਂਦੇ ਨਹੀਂ। ਬੰਗਾਲ ਦੇ ਵਿੱਚ, ਉੜੀਸਾ ਦੇ ਵਿੱਚ, ਈਵਨ ਈਸਟਰਨ ਯੂਪੀ ਦੇ ਵਿੱਚ, ਝਾਰਖੰਡ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲਾ, ਸਾਰੇ ਚੌਲ ਲੋਕ ਖਾਂਦੇ ਨੇ। ਤਾਂ ਇਸ ਕਰਕੇ ਚੌਲ ਦਾ ਭੰਡਾਰ ਕਰਨਾ ਜ਼ਰੂਰੀ ਹੈ ਔਰ ਚੌਲ ਰੱਖਣਾ ਜ਼ਰੂਰੀ ਹੈ ਤਾਂ ਕਿ ਸਾਡੇ ਲੋਕ ਭੁੱਖੇ ਨਾ ਮਰਨ। ਇੱਕ ਸਮਾਂ ਉਹ ਸੀ ਜਸਪਾਲ ਜੀ, ਤੁਸੀਂ ਤਾਂ ਦੇਖਿਆ ਨਹੀਂ ਤੇ ਤੁਹਾਨੂੰ ਪਤਾ ਨਹੀਂ, ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ ਸੀ
ਤਾਂ ਸਾਨੂੰ ਕਿਹਾ ਜਾਂਦਾ ਸੀਗਾ ਵੀ ਐਤਵਾਰ ਸੋਮਵਾਰ ਸ਼ਾਮ ਨੂੰ ਰੋਟੀ ਨਹੀਂ ਖਾਣੀ, ਕਿਉਂਕਿ ਅਸੀਂ ਇਹਨਾਂ ਅੰਨ ਬਚਾਉਣਾ। ਅਸੀਂ ਲੋਕ ਸ਼ਾਮ ਨੂੰ, ਸਾਡਾ ਮੈਸ ਬੰਦ ਹੁੰਦਾ ਸੀ ਯੂਨੀਵਰਸਿਟੀ 'ਚ, ਤੇ ਅਸੀਂ ਲੋਕ ਰੋਟੀ ਨਹੀਂ ਸੀ ਖਾਂਦੇ ਸ਼ਾਮ ਨੂੰ, ਤਾਂ ਕਿ ਕੋਈ ਦਾਣੇ ਬਚ ਜਾਣ ਜਿਹੜੇ ਗਰੀਬਾਂ ਤਾਈਂ ਪਹੁੰਚਣ। ਇੱਕ ਵਾਰੀ ਆਪਣੇ ਜਿਹੜੀ ਸੀ ਪਲੈਨਿੰਗ ਕਮਿਸ਼ਨ, ਉਸ ਦਾ ਵਾਈਸ ਚੇਅਰਮੈਨ ਸੀ ਧੀਵਰ, ਉਹ ਆਇਆ ਦਿੱਲੀ, ਤੇ ਲੋਕਾਂ ਨੇ, ਉਹ ਇੱਕ ਮੀਟਿੰਗ ਸੀ, ਤੇ ਲੋਕਾਂ ਨੇ ਕਿਹਾ ਕਿ ਜੀ ਤੁਸੀਂ ਫਲਾਨਿਆਂ ਨੂੰ ਸਬਸਿਡੀ ਦਿਓ ਫਲਾਨੀ ਚੀਜ਼ ਦੇ ਉੱਤੇ। ਉਹ ਕਹਿੰਦਾ ਵੀ ਨਹੀਂ, ਸਬਸਿਡੀ ਨਹੀਂ ਮੈਂ ਦੇ ਸਕਦਾ। ਉਹਨਾਂ ਨੇ ਕਿਹਾ ਕਿਉਂ ਹੈ, ਕਿ ਐਸੀ ਕੀ ਗੱਲ ਹੈ, ਸਬਸਿਡੀ ਤੋਂ ਬਿਨਾਂ ਤਾਂ ਕੋਈ ਮੁਲਕ ਚੱਲਦਾ ਨਹੀਂ, ਇਹ ਨਹੀਂ ਉਹ ਨਹੀਂ। ਉਹ ਕਹਿੰਦਾ ਕਿ ਮੈਂ ਸਾਊਥ ਦਾ ਦੌਰਾ ਕਰਕੇ ਆਇਆ, ਮੈਂ ਟ੍ਰੇਨ ਦੇ ਵਿੱਚ, ਉਸ ਵੇਲੇ ਟ੍ਰੇਨ ਹੀ ਹੁੰਦੀ ਸੀ, ਆਪਣੇ ਬਹੁਤਾ ਕੁਛ ਨਹੀਂ ਸੀ ਹੁੰਦਾ, ਇਹ ਸ਼ੁਰੂ ਦੀ ਗੱਲ ਹੈ ਆਜ਼ਾਦੀ ਤੋਂ ਬਾਅਦ। ਉਹ ਕਹਿੰਦਾ ਮੈਂ ਟ੍ਰੇਨ ਦੇ ਵਿੱਚ ਆਇਆ ਦੌਰਾ ਕਰਕੇ, ਤੇ ਮੈਂ ਹਰ ਇੱਕ ਸਟੇਸ਼ਨ ਦੇ ਉੱਤੇ ਸਾਊਥ ਦੇ ਵਿੱਚ ਲੋਕ ਲਾਈਨਾਂ ਬਣਾ ਕੇ ਖੜੇ ਦੇਖੇ ਨੇ। ਜਿਹੜੀ ਰੋਟੀ ਤੁਸੀਂ ਖਾਂਦੇ ਹੋ, ਤੇ ਪੱਤਲ ਵਗੈਰਾ ਦੇ ਵਿੱਚ ਉਹ ਜਿਹੜੇ ਚੌਲ ਵਗੈਰਾ ਖਾਂਦੇ ਸੀ, ਜਾਂ ਜੋ ਵੀ ਉੱਥੇ ਇਡਲੀ ਡੋਸਾ ਵਗੈਰਾ ਖਾਂਦੇ ਸੀਗੇ, ਜੋ ਉਹ ਪੱਤਲ ਸਟੇਸ਼ਨ ਦੇ ਉੱਤੇ ਬਾਹਰ ਸੁੱਟ ਦਿੰਦੇ ਸੀ, ਉਸ ਨੂੰ ਚੁੱਕਣ ਵਾਸਤੇ ਲੋਕ ਲਾਈਨਾਂ ਬਣਾ ਕੇ ਖੜੇ ਨੇ, ਉਸ ਨੂੰ ਚੱਟ ਲੈਂਦੇ ਨੇ ਤੇ ਆਪਣਾ ਗੁਜ਼ਾਰਾ ਕਰ ਰਹੇ ਆ। ਕਹਿੰਦਾ ਇਹੋ ਜਿਹੀ ਗਰੀਬੀ ਦੇ ਮੁਲਕ ਦੇ ਵਿੱਚ, ਜਿੱਥੇ ਇੰਨੀ ਗਰੀਬੀ ਹੈ, ਉੱਥੇ ਮੈਂ ਸਬਸਿਡੀ ਨਹੀਂ ਦੇ ਸਕਦਾ। ਯਾਨੀ ਆਹ ਹਾਲ ਸੀ ਸਾਡਾ। ਔਰ ਉਸ ਦੇ ਵਿੱਚੋਂ ਇਹਨਾਂ ਨੂੰ, ਇਸ ਮੁਲਕ ਨੂੰ ਕੱਢਿਆ, ਅਸੀਂ ਲੋਕਾਂ ਨੇ ਕੱਢਿਆ, ਸਾਰੇ ਮੁਲਕ ਨੇ ਮਿਲ ਕੇ ਕੱਢਿਆ, ਖਾਸ ਤੌਰ ਉੱਤੇ ਪੰਜਾਬ ਹਰਿਆਣੇ ਨੇ ਕੱਢਿਆ। ਤਾਂ ਫਿਰ ਉਹ ਜਿਹੜੀ ਚੌਲ ਤੇ ਇਹ ਬੇਸਿਕ ਫਸਲਾਂ ਸੀਗੀਆਂ, ਉਸ ਵੇਲੇ ਇਹਨਾਂ ਕੋਲੇ PL 480 ਦਾ ਆਉਂਦਾ ਹੁੰਦਾ ਸੀਗਾ, ਪਬਲਿਕ ਲਾਅ 480 ਹੁੰਦਾ ਸੀਗਾ ਬਣਾਇਆ ਇਹਨਾਂ ਦਾ ਅਮਰੀਕਾ ਦਾ। ਉਸ ਦੇ ਅੰਡਰ ਇਹਨਾਂ ਨੂੰ ਮਿਲਦੇ ਸੀ, ਕਣਕ ਮਿਲਦੀ ਸੀ, ਕਣਕ ਆਸਟ੍ਰੇਲੀਆ ਤੋਂ ਵੀ ਆਉਂਦੀ ਸੀ। ਔਰ ਉਹ ਇੰਨੀ ਲਾਪਰਵਾਹੀ ਦੇ ਨਾਲ ਭੇਜਦੇ ਸੀਗੇ ਕਿ ਤੁਹਾਡੇ ਕਾਕਰੋਚ ਸਾਰੇ ਉਸ ਕਣਕ ਦੇ ਨਾਲ ਆਏ ਹੋਏ ਨੇ ਹਿੰਦੁਸਤਾਨ ਦੇ ਵਿੱਚ। ਆ ਜਿਹੜਾ ਕਾਂਗਰਸ ਗ੍ਰਾਸ ਜਿਹਨੂੰ ਕਹਿੰਦੇ ਨੇ, ਇਹ ਵੀ ਉਸੇ ਕਣਕ ਦੇ ਨਾਲ ਉਹਦੇ ਵਿੱਚ ਵੀ ਆਇਆ ਹੋਇਆ। ਤੇ ਉਹ ਕਣਕ ਲਾਲ ਜਿਹੇ ਰੰਗ ਦੀ ਹੁੰਦੀ ਸੀਗੀ, ਇਹੋ ਜਿਹੀ ਨਕੰਮੀ ਜੀ ਰੋਟੀ ਬਣਦੀ ਸੀ ਵੀ ਦੇਖਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ, ਪਰ ਮਨ ਮਾਰ ਕੇ ਖਾ ਲੈਂਦੇ ਸੀ। ਸੋ ਇਹ ਦੋ ਸਾਡੇ ਬੇਸਿਕ ਜਿਹੜੇ ਹਨਗੇ ਇਨਗਰੀਡੀਐਂਟ ਸਾਡੀ ਡਾਇਟ ਦੇ, ਉਹ ਹਨਗੇ ਸਾਡੇ ਖਾਣੇ ਦੇ ਵਿੱਚ। ਇਹ ਦੋ ਬੇਸਿਕ ਗੱਲਾਂ ਹਨਗੀਆਂ। ਇਸ ਕਰਕੇ ਇਹ ਵੀ ਜੇ ਇਹਨਾਂ ਕੋਲੇ ਨਾ ਹੋਵੇ, ਜੇ ਫਰਜ਼ ਕਰੋ ਇਹ ਸਬਸਿਡੀ ਨਾ ਦੇਣ, ਇਸ ਦੇ MSP ਨਾ ਦੇਣ, ਸਬਸਿਡੀ ਤਾਂ ਕਾਹਦੀ ਦੇਣੀ ਹੈ ਇਹਨਾਂ ਨੇ, MSP ਨਾ ਦੇਣ, ਤਾਂ ਇਹਨੂੰ ਘਾਟੇ ਵਾਲਾ ਸੌਦਾ ਹੈ। ਇਸ ਨੂੰ ਕੋਈ ਵੇਚੇ, ਇਸ ਨੂੰ ਕੋਈ ਬੀਜੇ ਨਾ, ਤੇ ਜੇ ਨਾ ਬੀਜਣਗੇ ਤਾਂ ਸਾਰਾ ਮੁਲਕ ਫਿਰ ਭੁੱਖਾ ਮਰ ਜਾਏਗਾ। ਇਸ ਕਰਕੇ ਇਹਨਾਂ ਨੂੰ ਸਬਸਿਡੀ ਦੇਣੀ ਪੈਂਦੀ, ਇਸ ਨੂੰ MSP ਦੇਣੀ ਪੈਂਦੀ ਹੈ। ਸਰ, ਇੱਕ ਬੜੀ ਅਹਿਮ ਗੱਲ ਹੈ, ਸਿੱਖਾਂ ਨੂੰ ਨਾ ਮਤਲਬ ਆਦਤ ਪਤਾ ਨਹੀਂ ਬਣ ਚੁੱਕੀ ਹੈ ਜਾਂ ਕੀ ਹਾਲਾਤ ਇਹੋ ਜਿਹੇ ਬਣ ਗਏ ਕਿ ਸਿੱਖ ਕੁਰਬਾਨੀਆਂ ਬਹੁਤ ਕਰ ਲੀਆਂ, ਮੱਲਾਂ ਵੀ ਬਹੁਤ ਮਾਰ ਲੀਆਂ, ਲੇਕਿਨ ਅਖੀਰ ਨੂੰ ਜਦੋਂ ਕ੍ਰੈਡਿਟ ਲੈਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਦੂਜਿਆਂ ਦੇ ਝੋਲੇ ਵਿੱਚ ਪਾ ਦਿੱਤਾ ਜਾਂਦਾ ਹੈ। ਹੁਣ ਵੀ ਮੌਜੂਦਾ ਦੌਰ ਦੇ ਵਿੱਚ ਦੇਖੋ ਤੁਸੀਂ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਇਹ ਲਗਭਗ ਸਿੱਖਾਂ ਦਾ ਹੀ ਅੰਦੋਲਨ ਸੀ। ਸਟਾਰਟਿੰਗ ਦੇ ਵਿੱਚ ਸਾਰਾ ਮੁਲਕ ਇਹ ਕਹਿ ਰਿਹਾ ਸੀ, ਸਾਰਾ ਮੀਡੀਆ ਕਹਿ ਰਿਹਾ ਸੀ ਸਿੱਖਾਂ ਨੂੰ ਕੀ ਸਮੱਸਿਆ, ਪੰਜਾਬ ਨੂੰ ਕੀ ਸਮੱਸਿਆ। ਔਰ ਸਾਡੇ ਕੁਝ ਲੀਡਰ ਸੀ ਜਿਹੜੇ ਉਹਨਾਂ ਨੇ ਵੀ ਐਲਾਨ ਕਰਤਾ ਸੀ ਕਿ ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਬੈਠ ਜਾਣਾ। ਪਰ ਮੈਨੂੰ ਐਂ ਲੱਗਦਾ ਕਿ ਗੁਰੂ ਸਾਹਿਬ ਦੀ ਕਿਰਪਾ ਹੋਈ, ਜਿਹਦੇ ਕਰਕੇ ਪੰਜਾਬ ਦਾ ਕਿਸਾਨ, ਸਿੱਖ ਕਿਸਾਨ ਦਿੱਲੀ ਤੱਕ ਪਹੁੰਚ ਚੁੱਕਿਆ ਬੜੀਆਂ ਭਾਰੀਆਂ ਔਕੜਾਂ ਪਾਰ ਕਰਕੇ। ਪਰ ਹੋਇਆ ਕਿ ਇੱਥੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਦੋਂ ਅਸੀਂ ਦਿੱਲੀ ਪਹੁੰਚੇ ਅਸੀਂ ਸਾਰਾ ਕੁਝ ਗੁਰੂ ਦੇ ਅਹਿਸਾਨ ਭੁੱਲ ਗਏ। ਹੁਣ ਮਤਲਬ ਜੇ ਇਹੋ ਜਿਹੀ ਗੱਲ ਅਸੀਂ ਸਿੱਖਾਂ ਨਾਲ ਕਰਦੇ ਹਾਂ ਤਾਂ ਉਹ ਕੱਪੜੇ ਪਾੜਨ ਤੱਕ ਜਾਂਦੇ ਆ ਕਿ ਜਿਹੜਾ ਅੰਦੋਲਨ ਆ, ਰੈਵੋਲੂਸ਼ਨ ਹੈ, ਸਿੱਖਾਂ ਦਾ ਰੈਵੋਲੂਸ਼ਨ ਨਹੀਂ ਹੈ, ਇਹ ਕਿਸਾਨਾਂ ਦਾ ਰੈਵੋਲੂਸ਼ਨ। ਹੁਣ ਜਦ ਕਿ ਗਾਹੇ ਬਗਾਹੇ ਸਾਰੇ ਲੀਡਰ ਜਾਂ ਮੀਡੀਆ ਵੀ ਕਹਿ ਰਿਹਾ ਡਾਇਰੈਕਟਲੀ ਇਨਡਾਇਰੈਕਟਲੀ ਵੀ ਸਿੱਖਾਂ ਨੇ ਸਟਾਰਟ ਕੀਤਾ ਸੀ, ਔਰ ਸਾਡੇ ਜਿਹੜਾ ਰੈਵੋਲੂਸ਼ਨ ਇਹ ਸਟਾਰਟ ਹੋਇਆ ਵੀ ਆ ਤਾਂ ਬੜਾ ਪੀਸਫੁਲੀ ਹੋਇਆ। ਕਿਉਂਕਿ ਜਿਹੜਾ ਬਾਕੀ ਕਈ ਵਾਰੀ ਪ੍ਰੋਟੈਸਟ ਹੁੰਦੇ ਵੀ ਨੇ, ਭਾਵੇਂ ਕਿਸਾਨਾਂ ਦੇ ਨਾਂ ਤੇ ਹੋਣ ਭਾਵੇਂ ਕਿਸੇ ਨਾਂ ਦੇ ਉੱਪਰ ਹੋਣ, ਉਹ ਦੇਖਿਆ ਜਾਂਦਾ ਵੀ ਅਕਸਰ ਨੂੰ ਕਿਸੇ ਦੁਕਾਨਾਂ ਨੂੰ ਅੱਗ ਲਾਤੀ, ਗੱਡੀਆਂ ਸਾੜਤੀਆਂ ਤਾਂ 2-4 ਦਿਨ ਦੇ ਵਿੱਚ ਠੰਡੇ ਹੋ ਜਾਂਦੇ ਸੀ, ਕੋਈ ਬਹੁਤਾ ਦਮ ਨਹੀਂ ਸੀ ਰੱਖਦੇ। ਪਰ ਇੱਕ ਸਟ੍ਰੈਟਜੀ ਅਸੀਂ ਉਹ ਸਮਝ ਨਹੀਂ ਸਕੇ। ਹੁਣ ਹੋ ਕੀ ਰਿਹਾ ਦੇਸ਼ ਦੇ ਵਿੱਚ ਕਿ ਹੁਣ ਜਦੋਂ ਸਥਾਪਿਤ ਹੋ ਚੁੱਕਿਆ ਕਿ ਜਿਹੜਾ ਰੈਵੋਲੂਸ਼ਨ ਸੀ ਸਿੱਖਾਂ ਨੇ ਸਟਾਰਟ ਕੀਤਾ, ਤਾਂ ਚਲਾਕ ਲੋਕਾਂ ਨੇ ਆਪਣੇ
ਵਰਕੇ ਪੁਰਾਣੇ ਫੋਲਣੇ ਸ਼ੁਰੂ ਕਰ ਲਏ, ਆਪਣੇ ਹੀਰੋ ਕੱਢ ਕੱਢ ਕੇ ਲਿਆਉਣੇ ਸ਼ੁਰੂ ਕਰ ਲਏ ਕਿ ਦੇਖੋ ਸਿੱਖ ਨਹੀਂ ਹੈਗੇ, ਪਹਿਲਾਂ ਫਲਾਣੇ ਬੰਦਿਆਂ ਨੇ ਇੱਦਾਂ ਕਿਸਾਨੀ ਰੈਵੋਲੂਸ਼ਨ ਸ਼ੁਰੂ ਕੀਤੇ, ਉਹਨਾਂ ਨੇ 5 ਲੱਖ ਬੰਦਾ ਦਿੱਲੀ ਪੈਦਾ ਕਰਤਾ, ਇਹ ਕਰਤਾ ਉਹ ਕਰਤਾ। ਅਸੀਂ ਸਾਰਾ ਕੁਝ ਤਮਾਸ਼ਾ ਕਰ ਕਰਾ ਕੇ ਵੀ ਖੂਹ ਦੇ ਵਿੱਚ ਪਾ ਕੇ ਬੈਠੇ ਆ। ਹੁਣ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਜਾਂ ਤੁਹਾਡਾ ਕੀ ਮੰਨਣਾ ਕਿ ਇਹ ਰੈਵੋਲੂਸ਼ਨ ਸਿੱਖਾਂ ਨੇ ਸਟਾਰਟ ਕੀਤਾ ਸੀ ਜਾਂ ਜਸਟ ਇੱਕ ਗਾਹੇ ਬਗਾਹੇ ਕਿਸਾਨ ਉੱਠੇ 2-4 ਤੇ ਉਹ ਜਾ ਕੇ ਦਿੱਲੀ ਨੂੰ ਤੁਰ ਪਏ? ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ, ਸਾਡੀ ਜਿਹੜੀ ਪੁਰਾਤਨ ਲਿਟਰੇਚਰ ਹੈ ਉਸ ਦੇ ਵਿੱਚ ਕਹਿੰਦੇ ਨੇ, ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਰਚ ਦੀਨੋ ਖਾਲਸਾ ਜਗਤ ਕੋ ਦੈਨ ਸੰਤ। ਜਗਤ ਨੂੰ ਸਿੱਖਿਆ ਦੇਣ ਵਾਸਤੇ, ਰਾਹ ਦੱਸਣ ਵਾਸਤੇ, ਗੁਰੂ ਦਾ ਰੂਪ ਧਾਰ ਕੇ ਉਹਨਾਂ ਨੂੰ ਗਾਈਡ ਕਰਨ ਵਾਸਤੇ ਮੈਂ ਖਾਲਸਾ ਰਚਿਆ। ਤਾਂ ਖਾਲਸੇ ਦਾ ਫਰਜ਼ ਹੈ ਕਿ ਉਹ ਸਾਰੀ ਦੁਨੀਆ ਨੂੰ ਲੀਡ ਕਰੇ। ਉਹਨਾਂ ਨੇ ਕਿਹਾ ਸੀਗਾ ਕਿ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਤੇ ਗਹਿ ਸਰਦਾਰ ਬਣਾਉ, ਰਾਜ ਕਰਨ ਕੋ ਬਲ ਸਮਝਾਉ। ਯਾਨੀ ਕਿ ਅਸੀਂ ਉਹ ਸਰਦਾਰ ਦਾ ਮਤਲਬ ਹੁੰਦਾ ਲੀਡਰ, ਉਹਨਾਂ ਲੋਕਾਂ ਨੂੰ ਲੀਡਰ ਬਣਾਵਾਂਗੇ ਜਿਨ੍ਹਾਂ ਦੇ ਜਾਤ ਵਰਨ ਕੁਲ ਦੇ ਵਿੱਚ ਕਦੇ ਵੀ ਕੋਈ ਸਰਦਾਰ ਨਹੀਂ ਬਣਿਆ। ਤਾਂ ਹੁਣ ਜਿਹੜਾ ਮਾਡਰਨ ਜ਼ਮਾਨਾ ਆ ਗਿਆ, ਇਸ ਦੇ ਵਿੱਚ ਸਾਡੀ ਕੌਨਫਲਿਕਟ ਆ ਗਈ, ਜਿਸ ਨੂੰ ਇਹ ਕਹਿੰਦੇ ਨੇ ਸੈਕੂਲਰਿਜ਼ਮ। ਇਹ ਸੈਕੂਲਰ ਹੈ ਜੀ, ਇਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜੇ ਸਿੱਖੀ ਤੋਂ ਪ੍ਰੇਰਿਤ ਦੱਸੋਗੇ ਤਾਂ ਤੁਸੀਂ ਪਿਛਾਂਹ ਖਿੱਚੂ ਹੋ ਗਏ, ਤੁਸੀਂ ਪੁਰਾਣੇ ਜ਼ਮਾਨੇ ਦੇ ਹੋ ਗਏ। ਇਹ ਜਿਹੜਾ ਇਹ ਵਹਿਮ ਹੈ ਇਹਨਾਂ ਦੇ ਦਿਲਾਂ ਦੇ ਵਿੱਚੋਂ, ਸਿੱਖਾਂ ਦੇ ਦਿਲਾਂ ਦੇ ਵਿੱਚ ਸਭ ਤੋਂ ਵੱਧ ਬੈਠਾ ਹੋਇਆ। ਹੁਣ ਇਹ ਸਿੱਖ ਇੱਕ ਤਾਂ ਸਿੱਖੀ ਨੂੰ ਸਮਝ ਨਹੀਂ ਸਕੇ, ਇੱਕ ਆਪਣੇ ਰੋਲ ਨੂੰ ਸਮਝ ਨਹੀਂ ਸਕੇ, ਸਿੱਖੀ ਨੂੰ ਸਮਝ ਨਹੀਂ ਸਕੇ ਇਸ ਤਰ੍ਹਾਂ ਕਿ ਸਿੱਖੀ ਨੂੰ ਇਸ ਤਰ੍ਹਾਂ ਨਹੀਂ ਸਮਝ ਸਕੇ ਕਿ ਇਹਨਾਂ ਨੇ ਸਿੱਖੀ ਦਾ ਮਕਸਦ ਹੀ ਹਰ ਇੱਕ ਆਦਮੀ ਦੀ ਸੇਵਾ ਹੈ। ਸਿੱਖੀ ਦਾ ਮਕਸਦ ਹੀ ਇਹ ਹੈਗਾ ਕਿ ਉਹਨਾਂ ਨੇ ਜਿਹੜਾ ਸੱਚ ਹੈ, ਜਿਹੜਾ ਨਿਆਂ ਹੈ, ਧਰਮ ਹੈ, ਉਸ ਦੇ ਉੱਤੇ ਡਟਣਾ ਹੈ ਔਰ ਸਾਰੀ ਮਨੁੱਖਤਾ ਵਾਸਤੇ ਡਟਣਾ ਹੈ। ਇਹਦੇ ਵਿੱਚ ਸੈਕੂਲਰਿਜ਼ਮ ਦੀ ਜਾਂ ਕਮਿਊਨਲਿਜ਼ਮ ਦੀ ਕਿਹੜੀ ਗੱਲ ਹੈ? ਅਸੀਂ ਤਾਂ ਸਾਰੇ ਦੇਸੀ ਹਾਂ। ਜਿਹੜਾ ਸਿੱਖ ਹੈ ਉਸ ਨੇ ਅਕਾਲ ਰੂਪ ਹੋ ਕੇ ਵਿਚਰਨਾ ਹੈ ਸੰਸਾਰ ਦੇ ਵਿੱਚ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਾਬਾ ਅਕਾਲ ਰੂਪ ਹੈ ਸਾਡਾ, ਔਰ ਉਸ ਨੇ ਕਿਹਾ ਹੈ ਕਿ ਮੈਂ ਇਹਨਾਂ ਦੀ ਸਿੱਖਾਂ ਦੀ ਇਮੇਜ ਦੇ ਵਿੱਚ, ਸਿੱਖਾਂ ਦੇ ਵਿੱਚ ਮੈਂ ਆਪ ਵਸਦਾ। ਤਾਂ ਅਸੀਂ ਅਕਾਲ ਰੂਪ ਹੋ ਗਏ, ਅਸੀਂ ਅਕਾਲ ਰੂਪ ਹੋ ਕੇ ਵਿਚਰਨਾ ਹੈ। ਤੇ ਸੈਕੂਲਰਿਜ਼ਮ ਦੀ ਇਹਦੇ 'ਚ ਕਿਹੜੀ ਗੱਲ ਹੈ? ਇਸ ਤੋਂ ਵੱਡੀ ਸੈਕੂਲਰਿਜ਼ਮ ਕਿਹੜੀ ਹੈ ਕਿ ਅਸੀਂ ਸਾਰੀ ਦੁਨੀਆ ਨੂੰ, ਦੁਨੀਆ ਦੀ ਸੇਵਾ ਕਰਨ ਵਾਸਤੇ ਤਤਪਰ ਹਾਂ ਹਰ ਵਕਤ। ਤਾਂ ਇਹ ਜਿਹੜਾ ਡਿਸਟਿੰਕਸ਼ਨ ਹੈ, ਜਿਸ ਵੇਲੇ ਸਾਡੇ ਲੀਡਰਸ ਨੂੰ ਸਮਝ ਆ ਜਾਏਗਾ ਕਿ ਸਾਡਾ ਫਰਜ਼ ਹੀ ਇਹ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ, ਔਰ ਇਹ ਜਿਹੜਾ ਫਰਜ਼ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਇਹ ਅਕਾਲ ਪੁਰਖ ਦਾ ਰੂਪ ਹੋ ਕੇ ਅਸੀਂ ਕਰਨੀ ਹੈ ਤੇ ਅਸੀਂ ਉਹਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕਰ ਰਹੇ। ਤਾਂ ਇਹੀ ਇੱਕ ਬਹੁਤ ਵੱਡੀ ਸੇਵਾ ਹੈ ਔਰ ਇਹੀ ਇੱਕ ਸਿੱਖੀ ਦੀ ਦਾਤ ਹੈ। ਜੇ ਇਹ ਸਿੱਖੀ ਦੀ ਦਾਤ ਨੂੰ ਲੋਕਾਂ ਦੇ ਵਿੱਚ ਫੈਲਾਉਣਗੇ ਤਾਂ ਲੋਕ ਆਪਣੀ ਸੇਵਾ ਆਪ ਕਰਨ ਦੇ ਯੋਗ ਹੋ ਜਾਣਗੇ, ਕਾਬਲ ਹੋ ਜਾਣਗੇ। ਔਰ ਉਹ ਇਸ ਤੋਂ ਬਾਅਦ ਇਹ ਜਿਹੜੇ ਸੰਕਟ ਹਨਗੇ ਧਰਮ ਦੇ, ਜਿਹੜੇ ਆ ਜਾਤ ਪਾਤ ਦੇ ਮਸਲੇ ਹਨਗੇ, ਜਿਹੜੇ ਆ ਮਨੁ ਸਮ੍ਰਿਤੀ ਦੇ ਕਜੀਏ ਹਨਗੇ, ਇਹ ਸਾਰੇ ਲੋਕਾਂ ਨੂੰ ਭੁੱਲ ਜਾਣੇ ਹੈ ਔਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਆ ਜਾਣਾ ਹੈ। ਲੇਕਿਨ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਪੈਰਾਂ ਤੇ ਖੜ ਕੇ ਇਹ ਕਲੇਮ ਕਰਨਾ ਚਾਹੀਦਾ ਹੈ ਕਿ ਹਾਂ ਅਸੀਂ ਸਿੱਖ ਹਾਂ, ਅਸੀਂ ਅਕਾਲ ਰੂਪ ਹੋ ਕੇ ਸਾਰਿਆਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਔਰ ਅਸੀਂ ਸੱਚ, ਨਿਆਂ, ਧਰਮ ਦੇ ਉੱਤੇ ਖੜੇ ਹਾਂ, ਜਿਸ ਦੇ ਕੋਈ ਧਰਮ ਨਹੀਂ, ਜਿਸ ਦਾ ਕੋਈ ਮਜ਼ਹਬ ਨਹੀਂ, ਜਿਸ ਦਾ ਕੋਈ ਜਾਤ ਪਾਤ ਨਹੀਂ। ਉਸ ਸੱਚ, ਨਿਆਂ, ਧਰਮ ਦੇ ਉੱਤੇ ਅਸੀਂ ਖੜੇ ਹਾਂ ਤੇ ਇਸ ਕਰਕੇ ਸਾਰੇ ਸਾਡੇ ਨਾਲ ਆਓ। ਅਸੀਂ ਲੀਡਰ ਹਾਂ ਕਿਉਂਕਿ ਸਾਨੂੰ ਗੁਰੂ ਨੇ ਲੀਡਰ ਥਾਪਿਆ। ਜਦੋਂ ਇਹਨਾਂ ਨੂੰ ਇਹ ਡੂੰਘੀਆਂ ਗੱਲਾਂ ਸਮਝ ਆਉਣ ਲੱਗ ਪਈ ਨਾ ਜਸਪਾਲ ਜੀ, ਉਸ ਵੇਲੇ ਅਸੀਂ ਕਲੇਮ ਕਰ ਸਕਾਂਗੇ। ਹੁਣ ਤਾਂ ਇਹ ਜਿਹੜਾ ਕੋਈ ਹੈ ਅਗਲਾ ਕਹਿੰਦਾ ਜੀ ਦੇਖੋ ਜੀ, ਹੁਣ ਤੁਹਾਡੇ ਸਾਹਮਣੇ ਸਾਰੇ ਰਾਜਸਥਾਨ ਵਾਲੇ ਲੋਕਾਂ ਨੇ, ਹਰਿਆਣੇ ਵਾਲੇ ਲੋਕਾਂ ਨੇ, ਮੈਂ ਇੱਕ ਸੁਣਿਆ ਕੱਲ ਪਰਸੋਂ ਕੋਈ ਸਾਊਥ ਵਾਲਾ ਕਹਿ ਰਿਹਾ ਸੀ ਕਿ ਜੇ ਕਿੰਨਾ ਚੰਗਾ ਹੁੰਦਾ ਜੇ ਪੰਜਾਬ ਸਾਊਥ ਦੇ ਵਿੱਚ ਹੁੰਦਾ। ਤਾਂ ਅਸੀਂ ਸਾਰਿਆਂ ਦੇ ਦੁਨੀਆ ਦੇ ਵਿੱਚ ਦੇਖੋ, ਤੁਸੀਂ ਸਾਰੇ ਆਸਟ੍ਰੇਲੀਆ ਵਾਲੇ, ਅਮਰੀਕਾ ਵਾਲੇ, ਕੈਨੇਡਾ ਵਾਲੇ, ਸਾਡੀ ਇੰਗਲੈਂਡ ਵਾਲੇ 35-36 MP ਸਾਡੀ ਮਦਦ ਦੇ ਉੱਤੇ ਆ ਰਹੇ ਨੇ। ਤਾਂ ਕਿਸ ਵਾਸਤੇ ਆ ਰਹੇ ਨੇ? ਕੋਈ ਇਹ ਥੋੜਾ ਵੀ ਸਿੱਖਾਂ ਦੇ ਫੁੱਲ ਲੱਗੇ ਹੋਏ ਆ।
ਇਸ ਵਾਸਤੇ ਆ ਰਹੇ ਨੇ ਕਿ ਇਹਨਾਂ ਦਾ ਕਰਮ ਜਿਹੜਾ ਹੈ ਉਹ ਮਾਨਵ ਕਲਿਆਣਕਾਰੀ ਹੈ, ਮਨੁੱਖਤਾ ਦੇ ਹੱਕ ਦੇ ਵਿੱਚ ਹੈ, ਤੇ ਮਨੁੱਖਤਾ ਦੇ ਹੱਕ ਦੇ ਵਿੱਚ ਹੋਣ ਨੂੰ ਸਿੱਖ ਅਖਵਾਉਣਾ ਇਹ ਕੋਈ ਪਾਪ ਨਹੀਂ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਕਲੇਮ ਕਰਨ, ਲੇਕਿਨ ਇਸ ਵੇਲੇ ਇਹਨਾਂ ਦੇ ਵਿੱਚ ਇਸ ਪਾਏ ਦੇ ਐਜੂਕੇਟਿਡ ਲੋਕ ਹੈ ਨਹੀਂ। ਤੇ ਮੇਰਾ ਖਿਆਲ ਹੈ ਕਿ ਜਦੋਂ ਆ ਨਵੇਂ ਬੱਚੇ ਪੜ੍ਹ ਕੇ ਆਉਣਗੇ ਇਹ ਇਸ ਗੱਲ ਤੇ ਸ਼ਰਮ ਨਹੀਂ ਮਹਿਸੂਸ ਕਰਨਗੇ ਕਿ ਅਸੀਂ ਸਿੱਖ ਹਾਂ ਤੇ ਅਸੀਂ ਸਾਰੀ ਦੁਨੀਆ ਨੂੰ ਲੀਡ ਕਰ ਰਹੇ ਹਾਂ ਤੇ ਅਸੀਂ ਦੁਨੀਆ ਦੇ ਉੱਤੇ ਜਿਹੜੇ ਸਰਵੋਤਮ ਜਿਹੜੇ ਪਰਮਾਤਮਾ ਦੇ ਗੁਣ ਹੈ ਉਹਨਾਂ ਨੂੰ ਪ੍ਰਗਟ ਕਰ ਰਹੇ ਹਾਂ, ਤੇ ਇਸ ਕਰਕੇ ਅਸੀਂ ਸਿੱਖ ਹਾਂ। ਇਹ ਸਮਝਦੇ ਨੇ ਕਿ ਸਿੱਖ ਹੋਣਾ ਇੱਕ ਹੰਕਾਰ ਦੀ ਗੱਲ ਹੈ। ਇਹ ਹੰਕਾਰ ਦੀ ਗੱਲ ਨਹੀਂ ਹੈ, ਨਿਮਰਤਾ ਦੀ ਗੱਲ ਹੈ। ਇਹ ਗੱਲ ਇਹਨਾਂ ਨੂੰ ਸਮਝੀ ਨਹੀਂ ਅਜੇ ਤੱਕ, ਤੇ ਜਦੋਂ ਸਮਝ ਲੈਣਗੇ ਉਦੋਂ ਇਹ ਕਿਹਾ ਕਰਨਗੇ ਜ਼ਰੂਰ। ਸਰ ਇੱਕ ਆਖਰੀ ਸਵਾਲ ਹੈ ਮੇਰਾ, ਜਿਵੇਂ ਹੁਣ ਦਿੱਲੀ ਮੋਰਚਾ ਲੱਗਿਆ ਔਰ ਸਾਰਿਆਂ ਦੀਆਂ ਨਿਗਾਹਾਂ ਤੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਇੱਕੋ ਹੀ ਸਵਾਲ ਹੈ ਕਿ ਕੀ ਹੋਏਗਾ, ਕੀ ਮੋਦੀ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ, ਜੇ ਮੰਨਦੀ ਵੀ ਹੈ ਕਿਸ ਤਰੀਕੇ ਨਾਲ ਮੰਨੇਗੀ, ਜੇ ਨਾ ਮੰਨੀ ਤਾਂ ਕੀ ਹੋ ਸਕਦਾ ਹੈ। ਤਾਂ ਤੁਹਾਡਾ ਐਨਾਲਿਸਿਸ ਕੀ ਕਹਿੰਦਾ, ਤੁਸੀਂ ਮਤਲਬ ਪੁਰਾਣੇ ਟਾਈਮ ਤੋਂ ਪੋਲਿਟਿਕਸ ਨੂੰ, ਰਿਲੀਜਨ ਨੂੰ ਫੋਲੋ ਕਰਦੇ ਆ ਰਹੇ ਹੋ, ਬਹੁਤ ਕੁਝ ਲਿਖਿਆ ਵੀ ਹੈ, ਤੁਸੀਂ ਬੋਲਿਆ ਵੀ ਹੈ ਔਰ ਤੁਸੀਂ ਬਹੁਤ ਕੰਮ ਕੀਤਾ, ਨੇੜੇ ਹੋ ਕੇ ਸਾਰੇ ਰਾਜਨੀਤਿਕਾਂ ਨੂੰ ਤੁਸੀਂ ਦੇਖਿਆ ਹੋਇਆ, ਤੁਹਾਡਾ ਐਨਾਲਿਸਿਸ ਕੀ ਕਹਿੰਦਾ ਇਹਦੇ ਬਾਬਤ, ਕੀ ਹੋਏਗਾ ਅੱਗੇ ਜਾ ਕੇ? ਦੇਖੋ ਜਸਪਾਲ ਜੀ, ਜੇ ਤਾਂ ਨੀਤੀ ਦੇ ਹੱਥ ਦੇ ਵਿੱਚ ਵਾਗਡੋਰ ਹੁੰਦੀ ਇਸ ਦੀ ਕਿਸਾਨ ਅੰਦੋਲਨ ਦੀ, ਤਾਂ ਮੈਂ ਤੁਹਾਨੂੰ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸ ਦੇਣਾ ਸੀ ਵੀ ਫੇਲ ਹੋ ਜਾਏਗਾ, ਉਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ। ਹੁਣ ਇਹਨਾਂ ਨੇ ਰਾਜਨੀਤਿਕ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਹੋਈ ਹੈ, ਔਰ ਜਿਹੜੇ ਕਿਸਾਨ ਹੈਗੇ ਇਹਨਾਂ ਦਾ ਇੱਕ ਡਿਕਲੇਅਰਡ ਏਮ ਹੈ, ਔਰ ਉਹ ਨਿਸ਼ਾਨਾ ਜਿਹੜਾ ਹੈਗਾ ਇਹਨਾਂ ਨੇ ਸੰਸਾਰ ਦੇ ਉੱਤੇ ਪ੍ਰਗਟ ਕੀਤਾ ਹੋਇਆ ਹੈ ਪ੍ਰੈਸ ਕਾਨਫਰੰਸ ਰਾਹੀਂ, ਹੋਰ ਜ਼ਰੀਏ ਦੇ ਨਾਲ, ਕਿ ਜੀ ਆਹ ਅਸੀਂ ਚਾਹੁੰਦੇ ਹਾਂ। ਉਹ ਚਾਹੁੰਦੇ ਆ ਕਿ ਸਾਰੇ ਕਾਨੂੰਨ ਵਾਪਸ ਕੀਤੇ ਜਾਣ, ਔਰ ਇਸ ਤੋਂ ਬਿਨਾਂ ਕੋਈ ਹੋਰ ਰਾਹ ਵੀ ਨਹੀਂ ਹੈ। ਅੱਛਾ ਫਰਜ਼ ਕਰੋ ਤੁਸੀਂ ਕਹਿੰਦੇ ਹੋ ਕਿ ਜੀ MSP ਸਾਨੂੰ ਲਿਖ ਦਿਓ ਵਿੱਚ, ਉਹਨਾਂ ਨੇ ਨਹੀਂ ਕਿਹਾ। ਉਹਨਾਂ ਨੇ ਕਿਹਾ ਸੀਗਾ, ਜਿਹੜਾ ਇਹ ਕਹਿੰਦੇ ਸੀ ਵੀ MSP ਜਾਰੀ ਰਹੇਗੀ, ਤਾਂ ਇਹ ਕਹਿੰਦੇ ਨੇ ਜੇ ਜਾਰੀ ਰੱਖਣੀ ਸੀ ਤਾਂ ਵਿੱਚ ਲਿਖਣ ਦੇ ਕਾਨੂੰਨ ਦੇ। ਉਹਨਾਂ ਲੋਕਾਂ ਨੂੰ ਉਹ ਲੋਕ ਵਾਕ ਚਤੁਰਾਈ ਨਾਲ ਇਹਨਾਂ ਨੂੰ ਅਜੇ ਤੱਕ ਹਰਾ ਨਹੀਂ ਸਕੇ, ਤੇ ਵਾਕ ਚਤੁਰਾਈ ਦਾ ਲੜ ਫੜ ਕੇ ਸਾਡੇ ਲੋਕ ਆਪੇ ਹੀ ਹਾਰ ਮੰਨ ਲੈਂਦੇ ਸੀਗੇ, ਰਾਜਨੀਤਿਕ ਲੋਕ। ਤਾਂ ਅਜੇ ਤੱਕ ਤਾਂ ਗੁਰੂ ਦੀ ਮਿਹਰ ਹੋਈ ਹੈ ਕਿ ਇਹ ਸਾਬਤ ਖੜੇ ਨੇ। ਹੁਣ ਜਿਹੜਾ ਹੈ ਮਸਲਾ ਉਧਰਲੇ ਪਾਸੇ ਇਹ ਹੈ ਕਿ ਰਾਜ ਹੱਠ ਬੜਾ ਜ਼ਬਰਦਸਤ ਹੈ, ਔਰ ਜਿਹੜਾ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਹੈ, ਉਹ ਰਾਸ਼ਟਰ ਤਾਂ ਸਥਾਪਿਤ ਹੁੰਦਾ ਹੈ ਜੇ ਇੱਥੇ ਗਰੀਬ ਲੋਕ ਹੋਣ, ਜੇ ਇੱਥੇ ਜੋ ਗੁਲਾਮੀ ਹੰਡਾਉਣ ਦੇ ਆਦੀ ਹੋ ਜਾਣ ਲੋਕ, ਔਰ ਗੁਲਾਮੀ ਹੰਡਾਉਣ ਵਾਸਤੇ ਤਿਆਰ ਹੋਣ, ਇਹੋ ਜਿਹੇ ਲੋਕ ਚਾਹੀਦੇ ਹੈ। ਉਸ ਦੀ ਤਿਆਰੀ ਕਰਨ ਵਾਸਤੇ ਇਹਨਾਂ ਨੂੰ ਜਿਹੜੇ ਆਪਣੇ ਵੱਡੇ ਇੰਡਸਟਰੀਲਿਸਟ ਹੈਗੇ, ਕਾਰਪੋਰੇਟ ਹਾਊਸਿਸ ਹਨ, ਉਹਨਾਂ ਨੂੰ ਤਾਕਤ ਦੇਣੀ, ਉਹਨਾਂ ਨੂੰ ਸਾਰੀ ਜਿਹੜੀ ਸਰਮਾਇਆ ਦੇਣਾ, ਇਹਨਾਂ ਦੀ ਜ਼ਰੂਰਤ ਹੈ। ਸੋ ਇਹ ਕੌਨਫਲਿਕਟ ਚੱਲ ਰਹੀ ਹੈ। ਹੁਣ ਜੇ ਤਾਂ ਇਹ ਸਮਝਣਗੇ, ਫਿਰ ਇਹਨਾਂ ਨੂੰ ਇੱਕ ਹੋਰ ਮਸਲਾ ਹੈ EVM ਦਾ। ਜਦੋਂ ਤੱਕ ਇਹਨਾਂ ਨੂੰ EVM ਦਾ ਆਸਰਾ ਹੈਗਾ, ਉਨੀ ਦੇਰ ਤੱਕ ਇਹ ਸਮਝਦੇ ਆ ਵੀ ਇਹ ਜੋ ਮਰਜ਼ੀ ਕਰੀ ਜਾਣ। ਅਕਸਰ ਤਾਂ ਉਹ ਇੱਕ ਮੈਂ ਕਾਰਟੂਨ ਦੇਖਿਆ ਸੀ, ਉਹ ਕਹਿ ਰਿਹਾ ਸੀਗਾ ਕਿ ਭਾਈਓ ਜਿਹੜਾ ਜਿਸ ਨੂੰ ਮਰਜ਼ੀ ਤੁਸੀਂ ਵੋਟ ਪਾਓ, ਇਹ ਆਜ਼ਾਦੀ ਹੈ, ਸਾਨੂੰ ਪਤਾ ਵੀ ਅਖੀਰ ਤੇ ਸਾਡੇ ਕੋਲ ਹੀ ਆ ਜਾਣੀ ਹੈ ਵੋਟ ਤੁਹਾਡੀ। ਸੋ ਇਹ ਜਿਹੜਾ ਹੈਗਾ ਮਸਲਾ, ਇਹ ਵੀ ਉਹਦੇ ਵਿੱਚ ਇੱਕ ਅੜਚਨ ਬਣਿਆ ਹੋਇਆ ਹੈ। ਹੁਣ ਜੇ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਾਰੇ ਹਿੰਦੁਸਤਾਨ ਦੀਆਂ ਇਸ ਵੇਲੇ ਉਹਨਾਂ ਨੂੰ ਸਪੋਰਟ ਕਰ ਰਹੀਆਂ, ਜੇ ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਇਹ ਮਸਲਾ ਵੀ ਰੱਖ ਲੈਣ ਕਿ ਜੀ ਅਸੀਂ EVM ਦੇ ਉੱਤੇ ਵੋਟਾਂ ਨਹੀਂ ਪਾਉਣੀਆਂ, ਅਸੀਂ ਇਲੈਕਸ਼ਨਸ ਕਰਵਾਉਣੇ ਆ ਜਿਸ ਤਰ੍ਹਾਂ ਸਾਰੀ ਦੁਨੀਆ ਦੇ ਉન્નਤ ਦੇਸ਼ਾਂ ਦੇ ਵਿੱਚ ਜੋ ਹੁੰਦੇ ਨੇ ਕਾਗਜ਼ਾਂ ਰਾਹੀਂ, ਕਾਗਜ਼ੀ ਵੋਟਾਂ ਰਾਹੀਂ, ਤਾਂ ਇਹ 100% ਤੁਹਾਡੀ ਫਤਿਹ ਹੋ ਸਕਦੀ ਹੈ। ਜੇ ਫਰਜ਼ ਕਰੋ ਇਹਨਾਂ ਦਾ ਦਾਅ ਦੇ ਉੱਤੇ ਇਹ ਲੱਗਿਆ ਹੋਇਆ, ਔਰ ਇਹਨਾਂ ਦਾ ਆਖਰੀ ਜਿਹੜਾ ਟੇਕ ਹੈ ਉਹ EVM ਦੇ ਉੱਤੇ ਹੈ, ਉਸ ਨੂੰ ਵੀ ਚੈਲੰਜ ਕਰਨਾ ਚਾਹੀਦਾ ਨਾਲ ਦੀ ਨਾਲ। ਲੇਕਿਨ ਇਹ ਕਿਸਾਨ ਹਨਗੇ, ਇਹਨਾਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਅਸੀਂ ਨਹੀਂ ਕਰ ਸਕਦੇ, ਲੇਕਿਨ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ, ਉਹ ਤਾਂ ਕਿਸਾਨ ਵੀ ਹਨ ਉਹਨਾਂ ਦੇ ਵਿੱਚ, ਲੇਕਿਨ ਉਹ ਤਾਂ ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਬੰਨੇ ਹੋਏ ਨਹੀਂ ਨਾ, ਉਹ ਤਾਂ ਆਜ਼ਾਦ ਹਨਗੇ। ਉਹ ਕਹਿਣ ਵੀ EVM ਵੀ ਖਤਮ ਕਰੋ, ਜਿਸ ਦੇ ਆਸਰੇ ਦੇ ਉੱਤੇ ਤੁਸੀਂ ਸਾਰੀ
ਹਿੰਦੁਸਤਾਨ ਦੀ ਕਿਸਾਨੀ ਨੂੰ ਖਤਮ ਕਰਨ ਤੇ ਤੁਲੇ ਹੋਏ ਹੋ। ਇਹ ਹੁਣ ਜਿਹੜਾ ਹੈ ਇਹ ਭਰਮ ਕਿ ਜੀ ਇਹ ਬੜੇ ਜੀ ਤਾਕਤਵਰ ਹੈ, ਇਹਨਾਂ ਨੂੰ ਕੁਝ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਬਰਖਲਾਫ ਵਿਦਰੋਹ ਨਹੀਂ ਹੋ ਸਕਦਾ, ਇਹ ਜਿਹਨੂੰ ਮਰਜ਼ੀ ਕਾਰਾਂ ਨਾਲ ਬੰਨ੍ਹ ਕੇ ਮਾਰ ਦੇਣ, ਜਿਹਨੂੰ ਮਰਜ਼ੀ ਗਾਂ ਨੂੰ ਮਾਰਨ ਲੱਗਿਆ ਸੀਗਾ ਉਹਨੂੰ ਕਤਲ ਕਰ ਦੇਣ, ਜਿਹਨੂੰ ਮਰਜ਼ੀ ਇਹ ਬੱਚੇ ਚੁੱਕਣ ਲੱਗਿਆ ਸੀ ਇਸ ਨੂੰ ਮਾਰ ਦੇਣ। ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਇਹ ਡਰ ਪੌਲ ਲੈ ਗਏ ਨੇ ਲੋਕਾਂ ਨੂੰ, ਔਰ ਲੈ ਜਾਣੇ ਚਾਹੀਦੇ ਨੇ, ਅਗਲੇ ਸਮੇਂ ਦੇ ਵਿੱਚ ਲੈ ਜਾਣਗੇ। ਤਾਂ ਇਹ ਜਿਹੜਾ ਹੈਗਾ ਇੱਕ ਪ੍ਰੀਕੇਰੀਅਸ ਇੱਕ ਮਸਲਾ ਆ ਕੇ ਖੜਾ ਹੋ ਗਿਆ, ਬੜਾ ਇਸ ਵੇਲੇ ਸੰਵੇਦਨਾਸ਼ੀਲ ਹੈ। ਔਰ ਇਸ ਦੇ ਵਿੱਚ ਇਹ ਹੈਗਾ ਕਿ ਇਹਨਾਂ ਲੋਕਾਂ ਨੂੰ ਝੁਕਣਾ ਪਏਗਾ। ਜੇ ਇਹ ਨਹੀਂ ਝੁਕਦੇ ਤਾਂ ਆਪਣੇ ਆਪ ਨੂੰ ਐਕਸਪੋਜ਼ ਕਰਨਗੇ ਇੱਕ ਇੱਕ ਬਹੁਤ ਵੱਡੇ ਖਤਰਾ ਦੇਸ਼ ਦੇ ਵਿੱਚ ਮੁੱਲ ਲੈਣਗੇ। ਮੈਂ ਇੱਕ ਦੋ ਵੀਡੀਓਜ਼ ਦੇਖੇ ਨੇ ਜਿੱਥੇ ਇੱਕ ਪੁਲਿਸ ਵਾਲੇ ਆ ਕੇ ਕਹਿੰਦੇ ਨੇ ਵੀ ਇਹ ਸਾਡੇ ਬਾਪੂ ਨੇ, ਸਾਡੇ ਅਸੀਂ ਇਹਨਾਂ ਦੇ ਘਰਾਂ ਦੇ ਵਿੱਚੋਂ ਆਏ ਹਾਂ, ਰਾਜ ਇੱਥੇ ਪੁਲਿਸ ਦੇ ਵਿੱਚ ਅਸੀਂ ਇਹਨਾਂ ਦੇ ਉੱਤੇ ਡਾਂਗਾ ਨਹੀਂ ਮਾਰ ਸਕਦੇ। ਇਸੇ ਤਰ੍ਹਾਂ ਹੀ ਕੁਝ ਫੌਜੀਆਂ ਦੇ ਮੈਂ ਦੇਖੇ ਨੇ ਜਿੱਥੇ ਉਹ ਕਹਿੰਦੇ ਨੇ ਕਿ ਜੀ ਅਸੀਂ ਸਾਨੂੰ ਇਹ ਨਾ ਹੋਵੇ ਵੀ ਸਾਨੂੰ ਬਾਰਡਰ ਛੱਡ ਕੇ ਆਪਦੇ ਪਿਓ ਨਾਲ ਖੜਨਾ ਪਵੇ। ਤਾਂ ਇਹ ਬਹੁਤ ਵੱਡਾ ਮਸਲਾ ਡਿਵੈਲਪ ਹੋ ਸਕਦਾ ਜਿਸ ਤਰ੍ਹਾਂ ਇਹ ਲੱਗ ਰਿਹਾ ਹੈ। ਤਾਂ ਇਸ ਦੇ ਵਿੱਚ ਹੋਰ ਕੋਈ ਚਾਰਾ ਨਹੀਂ। ਜੇ ਕਿਸਾਨ ਜਿੰਨੇ ਹੁਣ ਤੱਕ ਇਹ ਆਪਣੀ ਗੱਲ ਦੇ ਉੱਤੇ ਅੜੇ ਹੋਏ ਨੇ, ਜੇ ਇਹਨਾਂ ਅੜੇ ਰਹਿਣਗੇ ਤਾਂ ਯਕੀਨਨ ਇਹਨਾਂ ਦੀ ਫਤਿਹ ਹੋਏਗੀ ਔਰ ਇਹ ਕਾਨੂੰਨ ਜਿਹੜੇ ਹਨਗੇ ਵਾਪਸ ਹੋਣਗੇ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਕਾਫੀ ਸਾਰੀਆਂ ਗੱਲਾਂ ਨਵੀਆਂ ਉੱਭਰ ਕੇ ਆਈਆਂ ਜਿਨ੍ਹਾਂ ਨੂੰ ਅਜੇ ਮਤਲਬ ਐਕਸਪੋਜ਼ ਤੇ ਲੋਕਾਂ ਸਾਹਮਣੇ ਲੈ ਕੇ ਆਉਣਾ ਬਣਦਾ। ਤੇ ਉਹ ਮੈਂ ਚਾਹੂੰਗਾ ਕਿ ਆਪਾਂ ਜਲਦੀ ਕੋਈ ਦੁਬਾਰਾ ਫਿਰ ਗੱਲਬਾਤ ਕਰੀਏ ਤਾਂ ਕਿ ਉਹ ਮੁੱਦੇ ਵੀ ਕਲੀਅਰ ਹੋ ਸਕਣ ਔਰ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਅਵੇਅਰਨੈਸ ਆ ਸਕੇ। ਔਰ ਜਿਹੜਾ ਡਰ ਬੈਠਾ, ਜਿਵੇਂ ਤੁਸੀਂ ਅਖੀਰ ਦੇ ਵਿੱਚ ਗੱਲ ਕੀਤੀ ਵੀ ਡਰ ਪੈਦਾ ਹੋਗਾ ਵੀ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ, ਉਹ ਡਰ ਕੱਢਣ ਵਾਸਤੇ ਵੀ ਆਪਾਂ ਨੂੰ ਕੁਝ ਉਪਰਾਲੇ ਕਰਨੇ ਚਾਹੀਦੇ। ਤੇ ਮੈਂ ਸਮਝਦਾ ਕਿ ਉਹਦੇ ਵਾਸਤੇ ਤੁਹਾਡੀ ਜਿਹੜੀ ਸ਼ਖਸੀਅਤ ਹੈ ਬੜੀ ਪਰਫੈਕਟ ਹੈ। ਤੁਸੀਂ ਬਹੁਤ ਕੁਝ ਪੜ੍ਹਿਆ, ਬੜੇ ਨੇੜਿਓਂ ਦੇਖਿਆ ਸਾਰੇ ਸਿਸਟਮ ਨੂੰ। ਸੋ ਜਲਦੀ ਹੀ ਤੁਹਾਡੇ ਨਾਲ ਇੱਕ ਹੋਰ ਮੁਲਾਕਾਤ ਕਰਨ ਦੀ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਸਾਨੂੰ ਸਮਾਂ ਦਿਓ। ਅਸੀਂ ਕਾਫੀ ਸਾਰੇ ਜਿਹੜੇ ਇਸ਼ੂ ਰਹਿ ਗਏ ਨੇ ਵਿੱਚ ਜਿਹੜੇ ਅਸੀਂ ਟੱਚ ਨਹੀਂ ਕੀਤੇ ਸਮੇਂ ਦੀ ਕਮੀ ਕਰਕੇ, ਉਹ ਅਗਲੀ ਵਾਰ ਅਸੀਂ ਟੱਚ ਕਰਾਂਗੇ ਤਾਂ ਕਿ ਜਿਹੜੀਆਂ ਨਵੀਆਂ ਗੱਲਾਂ ਨੇ ਲੋਕਾਂ ਦੇ ਵਿੱਚੋਂ ਇੱਕ ਹੌਸਲਾ ਵੀ ਦਿੱਤਾ ਜਾ ਸਕੇ ਔਰ ਜਿਹੜੀ ਸਾਡੀ ਪਛਾਣ ਹੈ, ਸਿੱਖੀ ਦੀ ਪਛਾਣ, ਅਸੀਂ ਉਹਨੂੰ ਵੀ ਉਭਾਰ ਸਕੀਏ ਔਰ ਅਸੀਂ ਮਾਣ ਕਰ ਸਕੀਏ ਕਿ ਹਾਂ ਅਸੀਂ ਇੱਦਾਂ ਦੀਆਂ ਮੱਲਾਂ ਮਾਰੀਆਂ ਹੋਈਆਂ ਨੇ। ਅਸੀਂ ਬੰਦਾ ਸਿੰਘ ਬਹਾਦਰ ਨੂੰ ਇੰਨੀ ਛੇਤੀ ਭੁੱਲ ਨਹੀਂ ਸਕਦੇ ਜਿਨ੍ਹਾਂ ਨੇ ਬੱਚੇ ਆਪਣੇ ਕੁਰਬਾਨ ਕਰਤੇ ਸਾਡੇ ਸਾਹਮਣੇ। ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੀ ਕੁਝ ਹੋਇਆ ਸਾਰਿਆਂ ਨੂੰ ਪਤਾ ਹੈ। ਸੋ ਇਹ ਚੀਜ਼ਾਂ ਸਾਹਮਣੇ ਲੈ ਕੇ ਆਉਣ ਦੀ ਲੋੜ ਹੈ। ਤਾਂ ਮੈਂ ਤੁਹਾਡਾ ਫਿਰ ਤੋਂ ਅਖੀਰ ਦੇ ਵਿੱਚ ਧੰਨਵਾਦ ਕਰਦਾ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਜਸਪਾਲ ਜੀ, ਤੁਸੀਂ ਮੈਨੂੰ ਲੋਕਾਂ ਦੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ। ਤੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਜੇ ਤੁਹਾਨੂੰ ਲੱਗਦਾ ਵੀ ਕੋਈ ਮੇਰੀ ਗੱਲ ਠੀਕ ਠਾਕ ਹੈਗੀ ਤੇ ਵਰਥਵਾਈਲ ਹੈ ਤਾਂ ਮੈਂ ਹਰ ਵਕਤ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ।